सतनाम श्री वाहिगुरु साहिब जीओ। एक मन पुरख ध्याए वरदाता, संत सहार सदा विख्याता। तास चरण लै हृदय बसावहो, तो परम गुरु नानक गुण गावहो। गावहो गुण परम गुरु सुख सागर, दुरत निवारण शब्द सरे। गावहै गंभीर धीर मत सागर, जोगी जंगम ध्यान धरे। गावै इंद्राद भगत प्रहलादक, आत्म रस जिन जानियो। कब कल सजस गाओ गुरु नानक, राज जोग जिन माणियो। जाको भये कृपाल प्रभ, हर हर सेई जपात। नानक प्रीत लगी तिन राम स्यों, भेटत साध संगात। आवहो संत मिलहो मेरे भाई, मिल हर हर कथा करहो। हर हर नाम बोहित है कलयुग, केवट गुर शब्द तरहो। सतनाम श्री वाहिगुरु साहिब जीओ। श्लोक महला तीजा। पराई अमान क्यों रखी है, दिती ही सुख होए। गुर का शब्द गुर थै टिकै, होर थै प्रगट न होए। पराई अमान क्यों रखी है, दिती ही सुख होए। गुर का शब्द गुर थै टिकै, होर थै प्रगट न होए। अन्नेह वस मानक पिया, घर घर वेचन जाए। ओना परख ना आवई, आढ़ ना पल्लै पाए। जे आप परख ना आवई, तां पारखिया थावहो लयो परखाए। जे ओस नाल चित लाए तां वथ लहै
ਨੌ ਨਿਧ ਪੱਲੇ ਪਾਏ। ਘਰ ਹੋਂਦਾ ਧਨ ਜਗ ਭੁੱਖਾ ਮੋਆ, ਬਿਨ ਸਤਿਗੁਰ ਸੋਝੀ ਨਾ ਹੋਏ। ਸ਼ਬਦ ਸੀਤਲ ਮਨ ਤਨ ਵਸੈ, ਤਿੱਥੈ ਸੋਗ ਵਜੋਗ ਨਾ ਕੋਏ। ਵਸਤ ਪਰਾਈ ਆਪ ਗਰਭ ਕਰੇ, ਮੂਰਖ ਆਪ ਗਣਾਏ। ਨਾਨਕ ਬਿਨ ਬੁੱਝੇ ਕਿਨੇ ਨਾ ਪਾਇਓ, ਫਿਰ ਫਿਰ ਆਵੈ ਜਾਏ। ਪਰਾਈ ਅਮਾਨ ਕਿਉ ਰਖੀਐ, ਦਿੱਤੀ ਹੀ ਸੁਖ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰਾਂ ਦੀ ਸਾਜੀ ਅਤੇ ਨਵਾਜੀ ਗੁਰੂ ਰੂਪ ਸਾਧ ਸੰਗਤ ਜੀ, ਪਰਮੇਸ਼ਰ ਨੇ ਬਹੁਤ ਵੱਡੀ ਕਿਰਪਾ ਕੀਤੀ। ਜੋ ਪਤਾ ਨਹੀਂ ਕਿੰਨਿਆਂ ਕੁ ਕਰਮਾਂ ਦੇ ਪੁੰਨ ਕਰਮ ਜਮ੍ਹਾਂ ਹੋਣ ਕਰਕੇ, ਇਕੱਤਰ ਹੋਣ ਕਰਕੇ ਅਸੀਂ ਸਾਰੇ ਹੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਨਿੱਘੀ ਗੋਦ 'ਚ, ਸਤਿਗੁਰਾਂ ਦੇ ਚਰਨਾਂ 'ਚ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਦੀ ਮਹਿਮਾ ਗੁਰਬਾਣੀ ਗਾਇਨ ਦੁਆਰਾ, ਗੁਰਬਾਣੀ ਵਿਚਾਰ ਦੁਆਰਾ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਨੂੰ ਸਮਝਣ ਵਾਸਤੇ ਗੁਰਦੇਵ ਜੀ ਦੇ ਪਾਵਨ ਪਵਿੱਤਰ ਚਰਨਾਂ 'ਚ ਸੁਸ਼ੋਭਿਤ ਹਾਂ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਾਵਨ ਪਵਿੱਤਰ ਬਚਨ, ਜਿਨਹੋਂ ਬਾਤ ਨਿਸ਼ਚਲ ਧਰੂ ਜਾਨੀ, ਤੇਈ ਜੀਵ ਕਾਲ ਤੇ ਵਚਾ। ਤਿਨ ਤਰਿਓ ਸਮੁੰਦਰ ਰੁਦਰ, ਖਿਨ ਇੱਕ ਮੈਂ ਜਲ ਹਰ ਬਿੰਬ। ਜੋਗਤ ਜਗ ਰਚਾ, ਕੁੰਡਲਨੀ ਸੂਰਜੀ ਸਤ ਸੰਗਤ। ਪਰਮਾਨੰਦ ਗੁਰੂ ਮੁਖ ਮੱਚਾ, ਸ੍ਰੀ ਗੁਰੂ ਸਾਹਿਬ ਸਭ ਉਪਰ। ਮਨ ਵਚ ਕਰਮ ਸੇਵੀਐ ਸੱਚਾ। ਹੁਣ ਗਰੀਬ ਨਵਾਜ ਜੀ ਨੇ ਕਿਰਪਾ ਕੀਤੀ ਵੀ ਪਹਿਲਾਂ ਇਸ ਜੀਵ ਦਾ ਦ੍ਰਿੜ ਨੇਚਾ ਹੋ ਗਿਆ ਪਰਮਾਤਮਾ ਦੇ ਪ੍ਰਤੀ, ਪਰਮੇਸ਼ਰ ਦੇ ਪ੍ਰਤੀ। ਇਸ ਸੱਚੇ ਹਿਰਦੇ ਤੋਂ ਸ਼ਰਧਾ ਭਾਵਨਾ ਤੇ ਪੱਕਾ ਇਰਾਦਾ ਬਣਾ ਕੇ ਗੁਰੂ ਦੇ ਚਰਨਾਂ 'ਚ ਆਉਂਦਾ ਬਈ ਗੁਰੂ ਦੀ ਕਿਰਪਾ ਦਾ ਪਾਤਰ ਬਣਨਾ। ਗੁਰੂ ਦੀ ਕਿਰਪਾ ਦੇ ਪਾਤਰ ਬਣਨ ਤੋਂ ਬਗੈਰ ਜੀਵ ਦੀ ਢੋਈ ਨਹੀਂ, ਮੇਰਾ ਪਾਰ ਉਤਾਰਾ ਨਹੀਂ। ਪਹਿਲਾਂ ਇਹ ਗੱਲ ਨਿਸ਼ਚਲ ਕਰਕੇ ਇਹ ਜੀਵ ਮੰਨੇ। ਸਮੂਹ ਗੁਰਮੁਖ ਪਿਆਰੇ ਸਤਸੰਗੀਆਂ ਦੇ ਸਨਮੁਖ ਸਿਨਮਰ ਬੇਨਤੀ। ਗੁਰਬਾਣੀ ਨੇ, ਗੁਰਬਾਣੀ ਦੀ ਕੁੰਜੀ ਬਾਣੀ ਨੇ, ਧਾਰਮਿਕ ਗ੍ਰੰਥਾਂ ਵੇਦਾਂ ਸ਼ਸਤਰਾਂ ਨੇ, ਗੁਰੂ ਸਾਹਿਬਾਂ ਨੇ, ਸੰਤਾਂ ਭਗਤਾਂ ਬ੍ਰਹਮ ਗਿਆਨੀਆਂ ਨੇ ਇਸ ਮਨੁੱਖ ਨੂੰ ਪੂਰੇ ਸੰਸਾਰ ਦੇ ਪ੍ਰਮਾਣ ਦਿੱਤੇ ਵੀ ਅਗਰ ਤੂੰ ਪਰਮਾਤਮਾ ਨੂੰ ਜਾਣਨਾ ਚਾਹੁੰਦਾ, ਪਰਮਾਤਮਾ ਨੂੰ ਮਿਲਣਾ ਚਾਹੁੰਦਾ, ਪਰਮਾਤਮਾ ਨੂੰ ਅਨੁਭਵ ਕਰਨਾ ਚਾਹੁੰਦਾ, ਤੇ ਸਭ ਤੋਂ ਪ੍ਰਥਮ, ਸਭ ਤੋਂ ਪਹਿਲਾਂ ਤੇਰੇ ਅੰਦਰ ਤੜਫ ਹੋਣੀ ਚਾਹੀਦੀ ਆ। ਅਗਰ ਤੜਫ ਨਹੀਂ ਤੇ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਜੀ ਦਾ ਮਿਲਾਪ ਨਹੀਂ ਹੋ ਸਕਦਾ।
ਜਿੰਨਾ ਚਿਰ ਪਰਮਾਤਮਾ ਦਾ ਮਿਲਾਪ ਨਹੀਂ ਤੇ ਪਰਮਾਤਮਾ ਦਾ ਮਿਲਾਪ ਗੁਰੂ ਦੀ ਕਿਰਪਾ ਤੋਂ ਬਗੈਰ ਨਹੀਂ ਹੋ ਸਕਦਾ। ਗੁਰੂ ਦੀ ਕਿਰਪਾ, ਗੁਰੂ ਦੇ ਬਚਨ ਮੰਨਣ ਤੋਂ ਬਗੈਰ, ਗੁਰੂ ਦੇ ਚਰਨਾਂ 'ਚ ਆਉਣ ਤੋਂ ਬਗੈਰ, ਸਤ ਸੰਗਤ ਤੋਂ ਬਗੈਰ ਕਿਰਪਾ ਦਾ ਪਾਤਰ ਨਹੀਂ ਇਹ ਜੀਵ ਬਣ ਸਕਦਾ। ਜਿੰਨਾ ਚਿਰ ਗੁਰੂ ਦੀ ਬਖਸ਼ਿਸ਼ ਤੇ ਕਿਰਪਾ ਦਾ ਪਾਤਰ ਇਹ ਮਨੁੱਖ ਨਹੀਂ ਬਣ ਸਕਦਾ, ਉਨਾ ਚਿਰ ਇਸ ਦੇ ਅੰਦਰ ਵੱਡਾ ਅੰਧੇਰਾ ਬਣਿਆ ਰਹੇਗਾ। ਜਿਸ ਅੰਧੇਰੇ ਨੂੰ ਅਸੀਂ ਰਾਤ ਕਹਿੰਦੇ ਹਾਂ ਜਾਂ ਮੱਸਿਆ ਦੀ ਰਾਤ ਕਹਿੰਦੇ ਹਾਂ, ਉਹ ਰਾਤ ਤਾਂ ਫਿਰ ਵੀ ਖਤਮ ਹੋ ਜਾਂਦੀ ਹੈ ਕਿਉਂਕਿ ਦਿਨ ਚੜ੍ਹ ਜਾਂਦਾ। ਪਰ ਜਿਹੜਾ ਬੇਸਮਝੀ ਦਾ ਅੰਧੇਰਾ ਹੈ, ਅਗਿਆਨਤਾ ਦਾ ਅੰਧੇਰਾ ਹੈ, ਅਵਿਦਿਆ ਦਾ ਅੰਧੇਰਾ ਹੈ, ਵਿਸ਼ੇ ਵਿਕਾਰ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦਾ ਅੰਧੇਰਾ ਹੈ, ਇਸ ਦੇ ਪਿੱਛੇ ਚਾਨਣਾ ਹੈ ਹੀ ਨਹੀਂ। ਹਨੇਰੀ ਰਾਤ ਦੇ ਪਿੱਛੇ ਚਾਨਣਾ ਹੈ। ਸੂਰਜ ਚੜ੍ਹੇਗਾ ਤੇ ਪ੍ਰਕਾਸ਼ ਹੋ ਜਾਵੇਗਾ। ਪਰ ਮਨੁੱਖ ਦੇ ਅੰਦਰ ਜੋ ਅਗਿਆਨਤਾ ਦਾ, ਬੇਸਮਝੀ ਦਾ, ਅਵਿਦਿਆ ਦਾ, ਮਮਤਾ ਹੰਗਤਾ ਦਾ ਅੰਧੇਰਾ, ਉਹ ਨਾਸ ਨਹੀਂ ਹੋ ਸਕਦਾ ਬਗੈਰ ਗੁਰੂ ਦੀ ਕਿਰਪਾ ਤੋਂ, ਬਗੈਰ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਮ ਚਿੰਤਨ ਤੋਂ, ਬਗੈਰ ਪਰਮਾਤਮਾ ਦੇ ਚਰਨਾਂ ਦੇ ਨਾਲ ਜੁੜਿਆਂ ਤੋਂ। ਅਸੀਂ ਹੁਣ ਸਾਰੇ ਜਾਣਦੇ ਹਾਂ, ਤੁਸੀਂ ਖੁਦ ਪਤਾ ਨਹੀਂ ਇੱਕ ਦਿਨ ਦੇ ਵਿੱਚ ਕਿੰਨੀ ਵਾਰੀ ਕਿਸੇ ਨੂੰ ਆਖਦੇ ਹੋ ਕਿ ਮੈਂ ਬਹੁਤ ਤੇਰੇ ਨਾਲ ਦਿਲੋਂ ਪਿਆਰ ਕਰਦਾ, ਭਾਵੇਂ ਪੁੱਤ ਹੈ, ਭਾਵੇਂ ਧੀ ਹੈ, ਭਾਵੇਂ ਮਿੱਤਰ ਦੋਸਤ ਹੈ, ਸਾਕ ਸੰਬੰਧੀ ਹੈ। ਪਰ ਮਨੁੱਖ ਫਿਰ ਵੀ ਦਰਸਾਉਣਾ ਚਾਹੁੰਦਾ ਕਿ ਮੈਂ ਸਭ ਤੋਂ ਵੱਧ ਤੇਰੇ ਨਾਲ ਪਿਆਰ ਕਰਦਾ ਤੇ ਅੰਦਰੋਂ ਕਰਦਾ। ਇਸ ਦਾ ਮਤਲਬ ਕਿ ਅੰਦਰੋਂ ਇਹ ਮਨੁੱਖ ਜਿਸ ਦੇ ਨਾਲ ਪਿਆਰ ਕਰਦਾ, ਇਹਨੂੰ ਪਤਾ ਹੈ, ਇਹਨੂੰ ਇਹ ਚੀਜ਼ ਦਾ ਗਿਆਨ ਹੈ। ਅਸੀਂ ਤਾਂ ਹੀ ਕਿਸੇ ਨੂੰ ਆਖਦੇ ਹਾਂ ਵੀ ਮੈਂ ਅੰਦਰੋਂ ਤੇਰੇ ਨਾਲ ਪਿਆਰ ਕਰਦਾ। ਫਿਰ ਸਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਿ ਮੈਂ ਮਨ ਕਰਕੇ, ਹਿਰਦੇ ਕਰਕੇ ਕਿੰਨਾ ਕੁ ਗੁਰੂ ਦੇ ਚਰਨਾਂ ਦੇ ਨਾਲ ਪਿਆਰ ਕਰਦਾ, ਕਿੰਨਾ ਕੁ ਗੁਰੂ ਦੇ ਚਰਨਾਂ ਦੇ ਨਾਲ ਮੈਂ ਜੁੜਿਆ, ਤੇ ਮੈਂ ਅੰਦਰੋਂ ਕਿੰਨਾ ਕੁ ਪਰਮਾਤਮਾ ਪਰਮੇਸ਼ਰ ਦਾ ਡਰ ਅਤੇ ਭੈ ਰੱਖਦਾ। ਬਹੁਤ ਸੁੰਦਰ ਬਚਨ ਗੁਰਬਾਣੀ ਦੀ ਕੁੰਜੀ ਬਾਣੀ। ਸਾਧ ਸੰਗਤ ਭਉ ਭਾਉ ਸਹਿਜ ਬੈਰਾਗ ਹੈ। ਜਿੱਥੇ ਆਪ ਜੀ ਬੈਠੇ, ਇਹ ਵੈਸੇ ਬੋਲਣ ਵਾਸਤੇ ਤਾਂ ਬੈਕੁੰਠ ਹੈ, ਸੱਚਖੰਡ ਹੈ, ਰੱਬ ਦਾ ਘਰ ਹੈ, ਪਰ ਸਾਰਿਆਂ ਵਾਸਤੇ ਨਹੀਂ। ਜਿਨ੍ਹਾਂ ਤੇ ਬਾਤੇ ਪ੍ਰਤੀਤ ਹੋ ਗਿਆ ਰੱਬ, ਰੱਬ ਦੇ ਘਰ ਰੱਬ ਮਿਲ ਗਿਆ, ਰੱਬ ਦੇ ਦਰਸ਼ਨ ਹੋ ਗਏ। ਜਿਨ੍ਹਾਂ ਵਾਸਤੇ ਸਤਸੰਗਤ ਕਰਦਿਆਂ ਕਰਦਿਆਂ ਜਿਹੜੇ ਸੱਤ ਨਾਲ ਜੁੜਨ ਵਾਸਤੇ ਆਉਂਦੇ ਆ, ਸੱਚ ਨਾਲ ਪਿਆਰ ਪਾਉਣ ਵਾਸਤੇ ਆਉਂਦੇ ਆ, ਇੱਕ ਫਿਰ ਸਮਾਂ ਆ ਜਾਂਦਾ ਜਦੋਂ ਅੰਦਰੋਂ ਉਹ ਸੱਚ ਨਾਲ ਜੁੜ ਜਾਂਦੇ ਆ, ਸੱਚ ਦੇ ਨਾਲ ਉਹ ਪਿਆਰ ਕਰਦੇ ਆ। ਉਹਨਾਂ ਦੇ ਵਾਸਤੇ ਇਹ ਸੱਚਖੰਡ ਹੈ, ਬੈਕੁੰਠ ਹੈ, ਪਰਮਾਤਮਾ ਪਰਮੇਸ਼ਰ ਵਾਹਿਗੁਰੂ ਜੀ ਦਾ ਘਰ ਹੈ। ਬਹੁਤ ਸੁੰਦਰ ਭਾਈ ਗੁਰਦਾਸ ਜੀ ਦੇ ਜੋ ਇਹ ਬਚਨ ਹਨ ਕਿ ਸਾਧ ਸੰਗਤ ਭਉ ਭਾਉ, ਡਰ ਤੇ ਪਿਆਰ, ਡਰ ਪਰਮਾਤਮਾ ਦਾ ਤੇ ਪਰਮਾਤਮਾ ਦੇ ਨਾਲ ਹੀ ਪਿਆਰ। ਹੁਣ ਇੱਕ ਇੱਕ ਘੜੀ ਦਾ, ਇੱਕ ਇੱਕ ਪਲ ਦੀ ਜਿਹੜੀ ਕੀਮਤ ਹੈ, ਜੋ ਸਤ ਸੰਗਤ ਦੀ ਇਸ ਨੂੰ ਪ੍ਰਾਪਤ ਹੁੰਦੀ ਹੈ। ਕਬੀਰ ਜੀ ਨੇ ਆਖਿਆ ਵੀ
ਭਗਤਨ ਸੇਤੀ ਗੋਸ਼ਟੇ ਜੋ ਕੀਨੇ ਸੋ ਲਾਭ। ਸਤ ਸੰਗਤ ਦੇ ਵਿੱਚ ਬੈਠਿਆਂ ਵੀ ਉਹ ਘੜੀ ਸਫਲ ਹੋਣੀ ਆ ਜੇ ਤੂੰ ਧਿਆਨ ਨਾਲ ਸੁਣ ਰਿਹਾ। ਜੇ ਇੱਥੇ ਵੀ ਤੂੰ ਸੰਸਾਰ ਦਾ ਹੀ ਵਿਹੜਾ ਸਮਝਦਾ, ਗੱਲਾਂ ਬਾਤਾਂ ਹੀ ਕਰੀ ਜਾਂਦਾ, ਹਾਲ ਚਾਲ ਹੀ ਪੁੱਛੀ ਜਾਂਦਾ, ਸਤਿ ਸ੍ਰੀ ਅਕਾਲ ਹੀ ਬੁਲਾਈ ਜਾਂਦਾ, ਤੇ ਤੈਨੂੰ ਪਤਾ ਨਹੀਂ ਇਹ ਤੂੰ ਕਿੱਥੇ ਆਇਆ। ਸੱਚਖੰਡ ਦਾ ਅਰਥ ਕੀ ਹੈ? ਬੈਕੁੰਠ ਦਾ ਅਰਥ ਕੀ ਹੈ? ਪਰਮਾਤਮਾ ਦੇ ਘਰ ਦਾ ਅਰਥ ਕੀ ਹੈ? ਕਿਉਂਕਿ ਪਹਿਲਾਂ ਇਸ ਗੱਲ ਦਾ ਪਤਾ ਹੋਣਾ ਜ਼ਰੂਰੀ ਆ ਕਿ ਮੈਂ ਕਿੱਥੇ ਆਇਆ, ਮੈਂ ਕਿੱਥੇ ਬੈਠਾ। ਜੋ ਸੱਜੇ ਖੱਬੇ ਸਾਰੇ ਸਮਾਧੀਆਂ ਲਾ ਕਰਕੇ ਬੈਠੇ ਆ, ਇਹ ਧਿਆਨ ਨਾਲ ਕੀ ਸੁਣ ਰਹੇ ਆ? ਕਿ ਮੈਂ ਨਹੀਂ ਸੁਣ ਸਕਦਾ? ਕੀ ਕੋਈ ਐਸੀ ਕੀਮਤੀ ਬਚਨ ਹੈ, ਇਹ ਕੀਮਤੀ ਬਾਣੀ ਦੇ ਬੋਲ ਹੈ, ਮੇਰਾ ਸਮਾਂ ਤਾਂ ਹੀ ਸਫਲ ਹੋਣਾ ਜੇ ਮੈਂ ਧਿਆਨ ਦੇ ਨਾਲ ਸੁਣਾ। ਧਿਆਨੀ ਧਿਆਨ ਲਾਵੈ, ਗਿਆਨੀ ਗਿਆਨ ਕਮਾਵੈ। ਤੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਬਚਨ ਭਾਈ ਗੁਰਦਾਸ ਜੀ ਆਪਣੀ ਬਾਣੀ ਦੇ ਵਿੱਚ ਵੀ ਸਾਧ ਸੰਗਤ, ਹੁਣ ਇਹ ਤਾਂ ਸਾਧ ਸੰਗਤ ਹੋ ਗਈ, ਆਪ ਜੀ ਨੂੰ ਸੰਬੋਧਨ ਵੀ ਕੀਤਾ ਗਿਆ। ਹੁਣ ਹਰ ਇੱਕ ਪ੍ਰਾਣੀ ਨੇ ਦੇਖਣਾ ਕਿ ਵਾਕਿਆ ਹੀ ਮੈਂ ਸਤ ਸੰਗਤ ਕਰ ਰਿਹਾ, ਮੈਂ ਸੱਚ ਨੂੰ ਸੁਣਨ ਵਾਸਤੇ ਬੈਠਾ। ਵਾਕਿਆ ਗੁਰੂ ਸਾਹਿਬ ਨੇ ਮੈਨੂੰ ਕਿਹਾ ਵੀ ਸੱਜਣ ਸੱਚਾ ਪਾਤ ਸਾਹੋ, ਸਿਰ ਸਾਹਾਂ ਦਾ ਸਾਹੋ, ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇ ਸਾਹੋ। ਮੈਂ ਬੇਨਤੀ ਕਰਿਆ ਕਰਦਾ ਗੁਰਮੁਖੋ, 24 ਘੰਟਿਆਂ ਦੇ ਵਿੱਚੋਂ ਕਿੰਨਾ ਸਮਾਂ ਤੁਸੀਂ ਆਪਣੇ ਆਪ ਨੂੰ ਦਿੰਦੇ ਹੋ, ਪਰਿਵਾਰ ਨੂੰ ਦਿੰਦੇ ਹੋ, ਮਿੱਤਰ ਦੋਸਤ ਰਿਸ਼ਤੇਦਾਰ ਸਾਕ ਸੰਬੰਧੀਆਂ ਨੂੰ ਦਿੰਦੇ ਹੋ? ਕੁਝ ਆਪਣੇ ਵਾਸਤੇ ਵੀ ਸਮਾਂ ਰੱਖ ਲਓ। ਕੁਝ ਨਾ ਕੁਝ ਸਮਾਂ 24 ਘੰਟੇ ਦੇ ਵਿੱਚ ਨੀਅਤ ਕਰੋ ਵੀ ਇਹ ਸਮਾਂ ਮੈਂ ਆਪਣੇ ਆਪ ਨੂੰ ਦੇਣਾ। ਉਸ ਸਮੇਂ ਦੇ ਵਿੱਚ ਆਪਣੇ ਆਪ ਨੂੰ ਵਾਚਣਾ, ਆਪਣੇ ਆਪ ਨੂੰ ਦੇਖਣਾ। ਘੱਟ ਭੀਤਰ ਤੂੰ ਦੇਖ ਵਿਚਾਰ, ਤੇਰੇ ਅੰਦਰ ਕੀ ਚੱਲ ਰਿਹਾ, ਤੂੰ ਕੌਣ ਹੈ, ਕਿਸ ਦੇ ਨਾਲ ਤੂੰ ਜੁੜਿਆ ਹੋਇਆ। ਹੁਣ 24 ਘੰਟੇ ਦੇ ਵਿੱਚੋਂ ਜੇ ਐਸੀਆਂ ਸੁਨਹਿਰੀਆਂ ਘੜੀਆਂ ਤੁਹਾਡੀ ਝੋਲੀ 'ਚ ਗੁਰੂ ਨਾਨਕ ਪਾ ਦੇਵੇ, ਤੁਹਾਡੇ ਅੰਦਰ ਇਹ ਫੁਰਨਾ, ਇਹ ਉਦਮ ਉਪਰਾਲਾ ਆ ਜਾਵੇ, ਖਿੱਚ ਪੈਦਾ ਹੋ ਜਾਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਸ਼ਨਾਂ ਦੀ, ਚਰਨਾਂ ਦੀ, ਕਥਾ ਅਤੇ ਕੀਰਤਨ ਦੀ, ਇਹ ਤੋਂ ਵੱਡੀ ਕੋਈ ਬਖਸ਼ਿਸ਼ ਨਹੀਂ ਹੋ ਸਕਦੀ। ਕਿਉਂਕਿ ਇਹ ਆਰੰਭਤਾ ਹੈ ਜੋ ਪਰਮਾਤਮਾ ਨਾ ਤੂੰ ਆਵੈ ਵਸ ਬਹੁਤ ਘਨਾਵਣੇ, ਨਾ ਤੂੰ ਆਵੈ ਵਸ ਵੇਦ ਪੜ੍ਹਾਵਣੇ, ਨਾ ਤੂੰ ਆਵੈ ਵਸ ਤੀਰਥ ਨਹਾਈਐ, ਨਾ ਤੂੰ ਆਵੈ ਵਸ ਧਰਤੀ ਧਾਈਐ, ਨਾ ਤੂੰ ਆਵੈ ਵਸ ਬਹੁਤਾ ਦਾਨ ਦੇ, ਨਾ ਤੂੰ ਆਵੈ ਵਸ ਕਿਤੈ ਸਿਆਣਪੈ, ਨਾ ਤੂੰ ਆਵੈ ਵਸ ਬਹੁਤਾ ਦਾਨ ਦੇ। ਤੇ ਅੱਗੇ ਸਭ ਕੋ ਤੇਰੇ ਵਸ ਅਗਮੈ ਅਗੋਚਰਾ, ਤੂੰ ਭਗਤਾਂ ਕੈ ਵਸ ਭਗਤਾ ਤਾਨ ਤੇਰਾ। ਸਾਧ ਸੰਗਤ, ਸਾਧ ਸੰਗਤ ਪਉ ਭਾਓ। ਭਾਈ ਗੁਰਦਾਸ ਜੀ ਕਹਿੰਦੇ ਸਹਿਜ ਬੈਰਾਗ ਹੈ, ਇਕਾਗਰਤਾ ਵੀ ਹੋਵੇ, ਇਕਾਗਰਤਾ ਪੂਰੇ ਬੈਰਾਗ 'ਚ ਹੋਵੇ, ਰੋਮ ਰੋਮ 'ਚ ਤੜਪ ਹੋਵੇ। ਫਿਰ ਸਰੀਰ ਤੋਂ ਤੇ ਸੰਸਾਰ ਤੋਂ, ਵਿਸ਼ੇ ਵਿਕਾਰਾਂ ਤੋਂ, ਕਾਮ ਕਰੋਧ ਤੋਂ ਛੁਟਕਾਰਾ ਮਿਲਦਾ, ਵਰਨਾ ਨਹੀਂ। ਵਰਨਾ ਤਾਂ ਕਰਮ ਧਰਮ ਪਾਖੰਡ ਜੋ ਦਿਸ ਹੈ, ਤਿਨ ਜਮ ਜਾਗਾਤੀ ਲੂਟੈ, ਨਿਰਵਾਣ ਕੀਰਤਨ ਗਾਵੋ ਕਰਤੇ ਕਾ, ਨਿਮਕ ਸਿਮਰਤ ਜਿਤ ਛੂਟੈ। ਮੈਂ ਬੇਨਤੀ ਕਰਾਂ, ਭਾਵੇਂ ਸਾਇੰਸਦਾਨਾਂ ਨੇ, ਮਨੋਵਿਗਿਆਨਕਾਰਾਂ ਨੇ ਜ਼ਿੰਦਗੀ ਦਾ ਬਹੁਤ ਮੁੱਲ ਰੱਖਿਆ, ਅਮੁੱਲ ਜ਼ਿੰਦਗੀ ਹੈ, ਪਰ ਗੁਰਮੁਖ ਪਿਆਰਿਓ, ਸਤ ਸੰਗਤ ਦੇ ਵਿੱਚ ਬੈਠਿਆਂ ਅਗਰ ਇੱਕ ਛਿਨ ਵੀ
ਗੁਰੂ ਦੇ ਚਰਨ ਤੇ ਪਰਮਾਤਮਾ ਦੇ ਨਾਮ ਦੇ ਨਾਲ ਜੁੜ ਗਏ, ਇੱਕ ਛਿਨ ਮਾਤਰ ਵੀ ਅਣਗਿਣਤ ਜਨਮਾਂ ਦੇ ਪਾਪ ਨਸ਼ਟ ਹੋ ਜਾਣਗੇ। ਇੱਕ ਛਿਨ, ਪਰ ਇੱਕ ਛਿਨ ਉਹ ਤਾਂ ਆਉਣਾ ਜਦੋਂ ਪੂਰੇ ਵੈਰਾਗ ਦੇ ਵਿੱਚ, ਰੋਮ ਰੋਮ ਦੇ ਵਿੱਚ ਤੜਪ ਹੋਵੇਗੀ ਪਰਮਾਤਮਾ ਨੂੰ ਸੁਣਨ ਦੀ, ਪਰਮਾਤਮਾ ਨੂੰ ਸਮਝਣ ਦੀ, ਪਰਮਾਤਮਾ ਦੇ ਨਾਲ ਪ੍ਰੇਮ ਅਤੇ ਪਿਆਰ ਦੀ। ਕਈ ਐਸੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਵੀ ਕੀ ਬੋਲਿਆ ਜਾ ਰਿਹਾ, ਉਹਨਾਂ ਦੀ ਆਪਣੀਆਂ ਗੱਲਾਂ ਬਾਤਾਂ ਸਟਾਰਟ ਹੈ, ਕੋਈ ਮਤਲਬ ਨਹੀਂ। ਜੇ ਕੋਈ ਸੁਣ ਵੀ ਰਿਹਾ ਤੇ ਉਸ ਨੂੰ ਸੁਣਨ ਦੇ ਵਾਸਤੇ ਵੀ ਵੱਡੀ ਰੁਕਾਵਟ ਬਣਨਾ। ਇੱਥੇ ਗੱਲਾਂ ਹੋ ਸਕਦੀਆਂ, ਹਾਲ ਚਾਲ ਪੁੱਛਿਆ ਜਾ ਸਕਦਾ, ਜ਼ਰੂਰੀ ਨਹੀਂ ਚੁੱਪ ਕਰਕੇ ਬੈਠਣਾ, ਪਤਾ ਹੀ ਨਹੀਂ ਕਿੱਥੇ ਆਏ ਆ, ਇਹ ਕਿਸ ਦਾ ਦਰਬਾਰ ਹੈ। ਸੱਜਣ ਸੱਚਾ ਪਾਤਸ਼ਾਹੋ, ਸਿਰ ਸਾਹਾਂ ਦਾ ਸਾਹੋ, ਕਿੰਨੇ ਜਨਮ ਤੇ ਕਿੰਨੀ ਜ਼ਿੰਦਗੀ ਦਾ ਸਮਾਂ ਬਰਬਾਦ ਗੱਲਾਂ ਬਾਤਾਂ 'ਚ ਕਰਦੇ ਆ, ਕਿੰਨੇ ਪਲੇਟਫਾਰਮ ਤੇ ਕਿੰਨੀਆਂ ਜਗ੍ਹਾ। ਕਿਸੇ ਨੇ ਤੁਹਾਨੂੰ ਕੋਈ ਰੋਕਣਾ ਨਹੀਂ, ਉੱਚੀ ਉੱਚੀ ਬੋਲੋ। ਰੱਬ ਦਾ ਵਾਸਤਾ ਥੋੜ੍ਹੇ ਜਿਹੀਆਂ ਘੜੀਆਂ, ਇਹ ਕਿੰਨੇ ਕੁ ਗੁਰਮੁਖ ਪਿਆਰੇ ਦੇਵਤਿਆਂ ਤੇ ਹੰਸਾਂ ਦੀ ਨਿਆਈ ਬੈਠੇ, ਹਿਰਦਿਆਂ ਦੇ ਕੌਲ ਨੂੰ ਸਿੱਧਾ ਕਰਕੇ ਵੀ ਕੋਈ ਛਿਨ ਐਸਾ ਆ ਜਾਵੇ, ਕੋਈ ਸਵਾਸ ਐਸਾ ਆ ਜਾਵੇ ਜਿਹੜਾ ਸਵਾਸ ਪਰਮਾਤਮਾ ਦੇ ਨਾਲ ਜੋੜ ਦੇਵੇ। ਮੇਰਾ ਭਲਾ ਹੋ ਜਾਏ, ਪਰਮੇਸ਼ਰ ਬਖਸ਼ਿਸ਼ ਕਰਦਨ। ਸਾਧ ਸੰਗਤ ਭਉ ਭਾਉ ਸਹਿਜ ਬਰਾਗ ਹੈ, ਗੁਰਮੁਖ ਸਹਿਜ ਸੁਭਾਉ ਸੁਰਤ ਸੋ ਜਾਗ ਹੈ। ਇਹ ਐਸਾ ਇਕੱਠ ਹੈ ਗੁਰਮੁਖੋ, ਇਹ ਐਸੀ ਸਭਾ ਹੈ, ਜਨਮਾਂ ਜਨਮਾਤਰਾਂ ਤੋਂ ਇਹ ਸੁੱਤੀ ਹੋਈ ਜਿਹੜੀ ਜੀਵ ਸ਼ਕਤੀ ਹੈ, ਅਵਿਦਿਆ ਦੀ ਨੀਂਦ 'ਚ ਗੂੜੀ ਇਹ ਬੇਹੋਸ਼ ਹੋ ਕੇ ਜੂਨਾਂ ਦੇ ਵਿੱਚ ਆਉਂਦੀ ਤੇ ਚਲੇ ਜਾਂਦੀ ਹੈ। ਕਹਿੰਦੇ ਸਤ ਸੰਗਤ ਦੇ ਵਿੱਚ ਇਹਦੀ ਨੀਂਦ ਖੁੱਲ੍ਹ ਸਕਦੀ ਹੈ, ਇਹ ਸੁੱਤੀ ਹੋਈ ਜਾਗ ਸਕਦੀ ਹੈ ਸ਼ਬਦ ਦੀ ਚੋਟ ਨਾਲ। ਤੇ ਜਦੋਂ ਇਹ ਜਾਗ ਗਿਆ ਤੇ ਹਕੀਕਤ ਇਹਦੇ ਸਾਹਮਣੇ ਆ ਜਾਣੀ ਹੈ ਵੀ ਇਹ ਤਾਂ ਕੇਵਲ ਤੇ ਕੇਵਲ ਪਰਮਾਤਮਾ ਹੀ ਪਰਮਾਤਮਾ ਹੈ। ਪਰਮਾਤਮਾ ਦੀ ਯਾਦ ਤੋਂ ਬਗੈਰ ਤਾਂ ਜ਼ਿੰਦਗੀ ਦੀ ਕਾਣੀ ਕੌਡੀ ਕੀਮਤ ਨਹੀਂ। ਇਹ ਬਾਕੀ ਤਾਂ ਗੱਲਾਂ ਬਾਤਾਂ, ਰੌਲਾ ਘਚੌਲਾ, ਝਗੜਾ ਹੀ ਝਗੜਾ ਹੈ। ਇੱਕ ਹੀ ਪਰਮਾਤਮਾ ਦਾ ਸਿਮਰਨ ਭਗਤੀ ਬੰਦਗੀ ਹੈ, ਜਿਹੜਾ ਸਵਾਸ, ਜਿਹੜਾ ਪਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ 'ਚ ਸਫਲ ਹੋ ਗਿਆ। ਹੁਣ ਇਸ ਦੀ ਕੀਮਤ ਕਹਿੰਦੇ ਜੈਸੇ ਹੀਰਾ ਹਾਥ ਮੈਂ ਤਨਕ ਸੋ ਦਿਖਾਈ ਦੇਤ ਮੋਲ ਕੀਏ ਦਾਮ ਕਨ ਭਰਤ ਭੰਡਾਰ ਜੀ। ਜੈਸੇ ਬਾਰ ਵਾਂਦੀ ਹੁੰਡੀ ਲਾਗਤ ਨਾ ਭਾਰ ਕਛ ਆਗੇ ਜਾਏ ਪਾਈਅਤ ਲక్ష్ਮੀ ਅਪਾਰ ਜੀ। ਜੈਸੇ ਬਟ ਬੀਜ ਅਤ ਸੂਖਮ ਸਰੂਪ ਹੋਤ ਬੋਏ ਸਭ ਵਿਦ ਕਰੇ ਬਿਰਖ ਵਿਸਥਾਰ ਜੀ। ਤੈਸੇ ਗੁਰ ਬਚਨ ਸਚਨ ਗੁਰ ਸਿੱਖਨ ਮੈਂ ਜਾਣਿਐ ਮਹਾਤਮ ਗਏ ਹਰ ਦੁਆਰ ਜੀ। ਭਾਈ ਗੁਰਦਾਸ ਜੀ ਕਹਿੰਦੇ ਗੱਲਾਂ ਵਾਲਿਓ, ਗੱਲਾਂ ਵਾਲੇ ਹੈਨ ਘਨੇਰੇ, ਸੁਣੋ ਧਿਆਨ ਦੇ ਨਾਲ। ਤੁਹਾਡੀ ਪਕੜ ਦੇ ਵਿੱਚ ਤੁਹਾਨੂੰ ਕੀਮਤ ਦਾ ਨਹੀਂ ਪਤਾ, ਸਤ ਸੰਗਤ ਦੀਆਂ ਦਾ ਤੁਹਾਨੂੰ ਇਸ ਇਕੱਠ ਦਾ ਪਤਾ ਨਹੀਂ। ਇਹ ਇਕੱਠ ਜੀਵ ਨੂੰ ਪਰਮਾਤਮਾ ਦੇ ਨਾਲ ਗਲਵਕੜੀ ਪਵਾਉਂਦਾ। ਇਹ ਤਾਰਾ ਚੰਦ ਦੀ ਰਾਣੀ ਨੂੰ ਪੁੱਛੋ, ਜਿਹਦੀ ਖੁਰਾਕ ਬਣ ਗਈ ਸੀ ਪਰਮਾਤਮਾ ਦੀ ਕੀਰਤੀ, ਤੇ ਪਰਮਾਤਮਾ ਨੂੰ ਤੀਜੀ ਖੜਾਮ ਪੈਦਾ ਕਰਨੀ ਪਈ। ਇਸ ਇਕੱਠ ਦਾ ਤੁਹਾਨੂੰ ਪਤਾ ਨਹੀਂ ਕਿ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸਟ ਹਰਿਆ ਸਾਨੂੰ ਨਹੀਂ ਪਤਾ। ਇਹ ਐਸੀ ਸਭਾ ਹੈ, ਇਹ ਪਰਮਾਤਮਾ ਨੂੰ ਮਿਲਾ ਦਿੰਦੀ ਹੈ। ਜਨਮਾਂ ਜਨਮਾਂਤਰਾਂ ਤੋਂ ਵਿਛੜੀ ਹੋਈ ਇਹ ਜੋ ਜੀਵ ਰੂਹ ਹੈ, ਇਹਦਾ ਮਿਲਾਪ ਹੋ ਜਾਂਦਾ ਤੇ ਆਵਾਗਮਨ ਖਤਮ ਹੋ ਜਾਂਦਾ। ਇਸ ਦੀ ਕੋਈ ਕੀਮਤ ਅਦਾ ਨਹੀਂ ਕਰ ਸਕਦਾ। ਕਿਸ ਤਰ੍ਹਾਂ ਕਹਿੰਦੇ ਜੈਸੇ ਹੀਰਾ ਹਾਥ ਮੈਂ ਤਨਕ ਸੋ ਦਿਖਾਈ ਦੇਤ ਮੋਲ ਕੀਏ ਦਾਮ ਕਨ ਭਰਤ ਭੰਡਾਰ ਜੀ। ਹੀਰੇ ਦਾ ਆਕਾਰ ਬੜਾ ਛੋਟਾ ਹੁੰਦਾ,
पर जो हीरे दा पारखू है ना, फिर मूँह मंगे पैसे दिंदा। ते जिहड़ा अनजान है वो कहते मसरां दे दाने जिड्डा पत्थर जिहा चक्की फिरदा, कहंदा करोड़ा रुपए दा। उन्हें इन्नी गल कह के टालता, पता ही नहीं सतसंगत दियां घड़ियां दा। दूसरा प्रमाण, जैसे बार वांदी हुंडी लागत ना भार कच, आगे जाए पाईअत लक्ष्मी अपार जी। पुराने जमानिਆਂ 'ਚ कोई चिट्ठी कोई टैलीफोन नहीं सी हुंदा। एक बंदा ही नगर तो अपने रिश्तेदारां दूर दरिंडे ते सुनेहा लैके जांदा, ते जिसने सुनेहा देना उन्हें परने नूं गंढा बन लैणियां, गठ दे लैनी वे, गट्ठां देख के याद आ जाऊगा वे तेरा सुनेहा। कहते गठ तो अपने कपड़े की दिती सी, पर उस सुनेहे दे विच सी भी इस नूं लाख रुपया देना। सिर्फ कहा ही आ, उस सुनेहे ना उन्होंने लाख रुपया मिल गया। ये गुरु ग्रंथ साहब महाराज जी जीव नूं सुनेहा दिंदे आ रब नूं मिलण दा। जिसने ये सुनेहा समझ लिया, सुनेहा मन लिया, सुनेहा सुन लिया, यात्रा शुरू करती। हुण रब नूं मिलण दी ये देख लो भी किन्नी क कीमत है। करोड़ां अरबां जन्म लग जाते हैं, फिर भी जे परमात्मा का मिलाप ना होया, फिर 84 लाख जूनां दी एक तो गिनती शुरू होंदी है, फिर एक तो। किन्नी कीमत है साचे नाम की, तिल वडियाई आख थके कीमत नहीं पाई। जैसे बार वांदी हुंडी लागत ना भार कच, आगे जाए पाईअत लक्ष्मी अपार जी। कहते जैसे बट बीज अत सूखम स्वरूप होत, बोए से विविध करे बिरख विस्तार जी। कहते मसरां ते राई दे दाने जिन्ना बीज हुंदा, अग्यानी कहेगा इस बीज दे विचों बोड़ ते पिपर दा एडा वड्डा दरख्त पैदा ही नहीं हो सकता। एक बीज करोड़ां बीज पैदा ही नहीं कर सकता। तर्क करन वाले मनमुख, शास्त्री दिमाग, हिसाब किताब रखण वाले कहते सतसंगत की घड़ी रब नूं मिला ही नहीं सकती। ये शब्द की कमाई, कथा कीर्तन, गुरु ग्रंथ साहब महाराज का बचन मनना, चरना च नमस्कार डंडौत वंदना करनी, इसका की होवेगा? कुछ हो ही नहीं सकता। पर गुरमुख प्यारिओ, जिस तरह हर बीज दे विच बहुत बड़ा दरख्त छुपिया होया, उस बीज की यात्रा तां शुरू होनी आ जदों उन्होंने धरती च बोया जाना, बीजिया जाना, फिर उहदा पानी दा मिलना ते सूरज की किरण का मिलना, उन्होंने तत्त मिलने। निके जहे बीज तो एडा बड़ा दरख्त पे, एडे बड़े दरख्त तो करोड़ां ओहो जे बीज फिर पैदा हो जाते हैं। अगर कोई रुकावट ना की जावे, जिन्नियां धरतियां सारियां धरतियां ते चप्पे चप्पे ते दरख्त ही हो जान एक बीज तो, गुरमुख प्यारिओ किन्ने दरख्त पैदा हो जाते आ। गुरमुख प्यारिओ, हर एक दे अंदर, शरीर दे अंदर ये शक्ति है, हर मनुख दे अंदर ये ताकत है। हर मनुख परमात्मा नूं प्राप्त हो सकता, हर मनुख परमेश्वर के दर्शन दीदारे कर सकता, हर जीव की पकड़ दे विच परमात्मा आ सकता, बशर्त उस बीज वांगू इनू तत्त चाहिए आ, इनू सतसंगत चाहिए है, इस दे पास समा चाहिए परमात्मा की यात्रा करन वास्ते, गुरबाणी समझण वास्ते इहदे अंदर भुख प्यास ते तड़प चाहिए है। जिस दा भी दिल करदा वो परमात्मा तक अपना सफ़र कर सकदा, अपनी मंजिल तय कर सकदा। कोई दुनिया की ताकत नहीं जिहड़े इस जीव दे कर रहे यात्रा की रुकावट बने। इक्को एक शर्त है कि सच्चे दिलों ये तुरे कि मैं परमात्मा नूं मिलना। कोई दुनिया की ताकत रुकावट नहीं बन सकती। मन जाने सब बात जानत ही औगण करे, ये जान के वो कारजे नहीं करता, वो भाषा नहीं बोलता, वो गुणे नहीं ग्रहण करता, ये उस रस्ते नूं ही नहीं चुनता जिस रस्ते ते पैर धरिया परमात्मा का जो ये रस्ता है, पैंडा है,
ਉਹ ਆਰੰਭ ਹੋ ਜਾਂਦਾ, ਪਰਮਾਤਮਾ ਦੀ ਯਾਤਰਾ ਸ਼ੁਰੂ ਹੋ ਜਾਂਦੀ ਹੈ। ਇਹ ਜਾਣ ਬੁੱਝ ਕੇ ਉਸ ਰਸਤੇ ਦਾ ਪਾਂਧੀ ਬਣਨ ਵਾਸਤੇ ਰਾਜੀ ਹੀ ਨਹੀਂ। ਜੈਸੇ ਬਟ ਬੀਜ ਅਤ ਸੂਖਮ ਸਰੂਪ ਹੋਤ ਬੋਏ ਸੇ ਬਵਿਦ ਕਰੇ ਬਿਰਖ ਵਿਸਤਾਰ ਜੀ। ਇਹ ਤਾਂ ਪ੍ਰਮਾਣ ਦਿੱਤੇ। ਹੁਣ ਚੌਥੀ ਗੱਲ ਜਿਹੜੀ ਕਹਿਣੀ ਆ ਨਾ, ਉਹ ਕਹਿ ਰਹੇ ਆ, ਕਹਿੰਦੇ ਤੈਸੇ ਗੁਰ ਬਚਨ ਸਚਨ ਗੁਰ ਸਿੱਖਨ ਮੈਂ। ਜੋ ਸਤਿਗੁਰਾਂ ਦੇ ਪਾਵਨ ਪਵਿੱਤਰ ਬਚਨ ਗੁਰਬਾਣੀ ਕੇਵਲ ਤੇ ਕੇਵਲ ਸੱਚੇ ਗੁਰੂ ਦੇ ਸਿੱਖਾਂ ਦੇ ਹਿਰਦਿਆਂ 'ਚ ਟਿਕਦੇ ਆ, ਨਹੀਂ ਤਾਂ ਨਹੀਂ ਟਿਕਦੇ। ਇਹ ਤਾਂ ਕੰਨ ਟੂ ਕੰਨ ਪਤਾ ਨਹੀਂ ਕਿੰਨੇ ਜਪਜੀ ਪਾਸ ਹੋ ਗਏ, ਕਿੰਨੀਆਂ ਕੁ ਕਥਾ ਕਰ ਲਈਆਂ, ਕਿੰਨੀਆਂ ਕੁ ਸੁਣ ਲਈਆਂ, ਕਿੰਨੀ ਕੁ ਵਾਰੀ ਚਰਨਾਂ 'ਚ ਮੱਥਾ ਟੇਕ ਲਿਆ ਤੇ ਕਿੰਨੀ ਕੁ ਵਾਰੀ ਆ ਕੇ ਚਲੇ ਗਏ, ਕੋਈ ਪਤਾ ਨਹੀਂ, ਕਿਉਂਕਿ ਸਮਝ ਨਹੀਂ। ਕਿਹਦੇ ਹਿਰਦੇ ਦੇ ਵਿੱਚ ਸ਼ਬਦ ਦਾ ਵਾਸਾ ਹੁੰਦਾ, ਮੇਰਾ ਹੀਰਾ ਰਤਨ ਨਾਮ ਹਰ ਵਸਿਓ, ਗੁਰ ਹਾਥ ਧਰਿਓ ਮੇਰੇ ਮਾਥਾ, ਜਨਮ ਜਨਮ ਕੇ ਕਿਲ ਬਿਕ ਦੁਖ ਉਤਰੇ, ਗੁਰ ਨਾਮ ਦਿਓ ਰਿਣ ਲਾਥਾ, ਮੇਰੇ ਮਨ ਭਜ ਰਾਮ ਨਾਮ ਸਭ ਅਰਥਾ, ਗੁਰ ਪੂਰੇ ਹਰ ਨਾਮ ਦ੍ਰਿੜਾਇਆ, ਬਿਨ ਨਾਵੈ ਜੀਵਨ ਬਿਰਥਾ। ਅਸੀਂ ਤਾਂ ਕਹਿੰਦੇ ਵੀ ਪੈਸਾ ਨਹੀਂ ਤਾਂ ਕਾਹਦਾ ਜੀਵਨ, ਠੀਕ ਹੈ ਨਾ, ਪਰਿਵਾਰ ਨਹੀਂ ਤੇ ਕਾਹਦਾ ਜੀਵਨ, ਰਹਿਣ ਵਾਸਤੇ ਮਕਾਨ ਨਹੀਂ, ਪਹਿਨਣ ਵਾਸਤੇ ਕੱਪੜਾ ਨਹੀਂ, ਆਉਣ ਜਾਣ ਵਾਸਤੇ ਗੱਡੀ ਨਹੀਂ, ਤੇ ਕੋਈ ਜਾਣ ਤੇ ਪਹਿਚਾਣ ਤੇ ਕੋਈ ਬੁਲਾਉਂਦਾ ਨਹੀਂ, ਕਾਹਦਾ ਜੀਵਨ। ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਪੁੱਛੋ, ਕਹਿੰਦੇ ਜੇ ਪਰਮਾਤਮਾ ਦੀ ਯਾਦ ਨਹੀਂ, ਤੇਰੇ ਜੀਵਨ ਨੂੰ ਧਰਕਾਰ ਹੈ। ਜੋ ਸਤਿਗੁਰ ਸਰਨ ਸੰਗਤ ਨਹੀਂ ਆਏ, ਧ੍ਰਿਗ ਜੀਵੇ ਧ੍ਰਿਗ ਜੀਵਾਚ। ਧ੍ਰਿਗ ਧ੍ਰਿਗ ਖਾਇਆ, ਧ੍ਰਿਗ ਧ੍ਰਿਗ ਸੋਇਆ, ਧ੍ਰਿਗ ਧ੍ਰਿਗ ਕਾਪੜ ਅੰਗ ਚੜਾਇਆ। ਇਹ ਸਤਿਗੁਰਾਂ ਦੇ ਬਚਨ ਹੈ। ਖਸਮ ਵਸਾਰੈ ਤੇ ਕਮਜਾਤ, ਨਾਨਕ ਨਾਵੈ ਬਾਜ ਸਨਾਤ, ਤੈਸੇ ਗੁਰ ਬਚਨ ਸਚਨ ਗੁਰ ਸਿੱਖਨ ਮਹਿ। ਸੱਚੇ ਗੁਰ ਸਿੱਖਾਂ ਦੇ ਹਿਰਦਿਆਂ 'ਚ ਗੁਰੂ ਦੇ ਸ਼ਬਦ ਦਾ ਵਾਸਾ ਹੁੰਦਾ। ਤੇ ਵਾਸ ਦਾ ਤੁਹਾਨੂੰ ਪਤਾ ਵੀ ਜਿਸ ਘਰ ਦੇ ਵਿੱਚ ਗੁਲਾਬ ਦੇ ਫੁੱਲ ਤਾਜ਼ੇ ਤੋੜ ਕੇ ਰੱਖੇ ਹੋਣ ਜਾਂ ਬੂਟੇ ਲੱਗੇ ਹੋਣ, ਫੁੱਲ ਖਿੜਿਆ ਹੋਵੇ ਤੇ ਸੁਗੰਧੀ ਨਾ ਆਵੇ। 4 ਕੌਡੀਆਂ ਵੱਧ ਸਾਡੇ ਪਾਸ ਹੋਣ, ਐਸਾ ਹੋ ਨਹੀਂ ਸਕਦਾ ਉਸ ਦਾ ਨਸ਼ਾ ਨਾ ਹੋਵੇ। ਕੋਈ ਅਹੁਦਾ ਪਦਵੀ ਤੇ ਪੜ੍ਹਾਈ ਵੱਡੀ ਡਿਗਰੀ ਸਾਡੇ ਪਾਸ ਹੋਵੇ, ਫਿਰ ਉਸ ਦਾ ਨਸ਼ਾ ਨਾ ਹੋਵੇ। ਹਰ ਇੱਕ ਚੀਜ਼ ਦਾ ਨਸ਼ਾ ਹੈ ਇਸ ਜੀਵ ਦੇ ਪਾਸ। ਗੁਰਮੁਖੋ ਇਸੇ ਤਰ੍ਹਾਂ ਕਿਣ ਕਾ ਏਕ ਜਿਸ ਜੀਵ ਵਸਾਵੈ, ਤਾਕੀ ਮਹਿਮਾ ਗਣੀ ਨਾ ਆਵੈ, ਕੰਖੀ ਏਕੈ ਦਰਸ ਤੁਹਾਰੋ, ਨਾਨਕ ਉਨ ਸੰਗ ਮੋਹੇ ਆਧਾਰੋ। ਭਾਵੇਂ ਪਹਿਨਣ ਵਾਸਤੇ ਬਾਤਾ ਟੁੱਟੀ, ਝੌਂਪੜੀ ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ, ਉਦਿਆਨ ਪਰਮਿੰਨਾ, ਮਿੱਤਰ ਨਾ ਇਠ ਧਨ ਰੂਪਹੀਨ, ਕਿਛ ਸਾਕ ਨਾ ਸਿੰਨਾ, ਰਾਜਾ ਸਗਲੇ ਸ੍ਰੇਟਕਾ, ਹਰ ਨਾਮ ਮਨ ਭਿੰਨਾ, ਤਿਸ ਕੀ ਧੂੜ ਮਨ ਉਧਰੇ, ਪ੍ਰਭ ਹੋਏ ਸੋ ਪ੍ਰਸੰਨਾ। ਕੋਈ ਨਹੀਂ ਸੀ ਜਾਣਦਾ ਨੀਚ ਜਾਤ, ਹਰ ਜਪਤਿਆਂ ਉਤਮ ਪਦ ਵੀ ਪਾਏ। ਨਾਮਦੇਵ ਜੀ ਦਾ ਜੀਵਨ, ਕਬੀਰ ਜੀ ਦਾ ਜੀਵਨ, ਬਾਬਾ ਫਰੀਦ ਜੀ ਦਾ ਜੀਵਨ, ਤਰਲੋਚਨ ਜੀ ਦਾ ਜੀਵਨ ਕੌਣ ਜਾਣਦਾ ਸੀ। ਗੁਰਮੁਖ ਪਿਆਰਿਓ, ਸੰਸਾਰ ਦੇ ਲੋਕੀ ਟਿਚਰਾਂ ਕਰਦੇ ਸੀ, ਪਰ ਉਹਨਾਂ ਦੇ ਕੋਲ ਜਿਹੜਾ ਖਜ਼ਾਨਾ ਸੀ ਪਰਮਾਤਮਾ ਪਰਮੇਸ਼ਰ ਦੇ ਨਾਮ ਦਾ, ਜੁਗਾ ਜਗੰਤਰਾਂ ਤੱਕ ਜਿੰਨਾ ਚਿਰ ਦੁਨੀਆ ਰਹੇਗੀ, ਜਿੱਥੇ ਪਰਮਾਤਮਾ ਨੂੰ ਨਮਸਕਾਰਾਂ, ਪਰਮਾਤਮਾ ਦੀ ਸਿਫਤ ਤੇ ਸਲਾਹ ਤੇ ਪਰਮਾਤਮਾ ਪਰਮੇਸ਼ਰ ਦੀ ਵਡਿਆਈ, ਉੱਥੇ ਪਰਮਾਤਮਾ ਦੇ ਭਗਤਾਂ ਦੀ, ਪਰਮਾਤਮਾ ਦੇ ਸੰਤਾਂ ਦੀ, ਜਿਹੜੇ ਦੇਸ਼ ਕੌਮ ਅਣਖ ਅਤੇ ਗੈਰਤ ਦੀ ਖਾਤਰ ਆਪਣਾ ਆਪ ਕੁਰਬਾਨ ਕਰ ਦਿੰਦੇ ਹੈ, ਜ਼ਿੰਦਗੀ ਦੇ ਵਿੱਚ ਪੂਰੀ ਤਾਕਤ ਝੋਕ ਦਿੰਦੇ ਹੈ, ਮਨ ਦੀ ਇਕਾਗਰਤਾ ਦੇ ਵਾਸਤੇ ਤੇ ਪ੍ਰਭੂ ਦੇ ਮਿਲਾਪ ਦੇ ਵਾਸਤੇ। ਉਹ ਕਹਿੰਦੇ ਕੋਈ ਗੱਲ ਨਹੀਂ, ਜੇ ਬਗੈਰ ਮਿਲਣ ਤੋਂ ਮੌਤ ਵੀ ਆ ਗਈ, ਸਵਾਸ ਖਤਮ ਵੀ ਹੋ ਗਏ, ਗੁਰਦੇਵ ਜੀ ਇੱਕੋ ਹੀ ਅਰਦਾਸ ਬੇਨਤੀ ਹੈ ਕਿ ਤੜਫ ਨਾ ਮਿਟੇ, ਭੁੱਖ ਨਾ ਮਿਟੇ। ਮੈਨੂੰ ਪੂਰਨ ਭਰੋਸਾ
ਵੇ ਤੇਰੀ ਤੜਫ ਦੇ ਵਿੱਚ ਵੀ ਸਰੀਰ ਸ਼ਾਂਤ ਹੋ ਗਿਆ, ਤੁਸੀਂ ਅਗਲੇ ਜਨਮ ਦੇ ਵਿੱਚ ਯਾਤਰਾ ਸ਼ੁਰੂ ਕਰਾ ਦੇਣੀ ਆ। ਇਸ ਭਾਵਨਾ ਦੇ ਮੁਤਾਬਕ ਹੀ ਜੀਵਨ ਮਿਲਦਾ ਹੈ। ਇੰਨਾ ਮੈਨੂੰ ਪੂਰਾ ਭਰੋਸਾ ਕਿ ਅਕਾਲ ਪੁਰਖ ਤੇਰੀ ਤੜਫ ਦਾ ਪੈਦਾ ਹੋਣਾ ਇਹ ਤੇਰੀ ਵੱਡੀ ਕਿਰਪਾ ਦੀ ਨਿਸ਼ਾਨੀ ਹੈ। ਇਸ ਮਨੁੱਖ ਦਾ ਗੁਰੂ ਦੇ ਚਰਨਾਂ 'ਚ ਆਉਣਾ ਵੱਡੀ ਕਿਰਪਾ ਦੀ ਨਿਸ਼ਾਨੀ ਹੈ। ਇਹ ਯਾਤਰਾ ਸ਼ੁਰੂ ਹੋ ਸਕਦੀ ਹੈ। ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਰਨ ਕਿਰਪਾ, ਤੈਸੇ ਗੁਰ ਵਚਨ ਸਚਨ ਗੁਰ ਸਿੱਖਣ ਮੈਂ ਜਾਣਿਐ ਮਹਾਤਮ ਗਏ ਹਰਿਦੁਆਰ ਜੀ। ਕਹਿੰਦੇ ਪਤਾ ਹੀ ਫੇਰ ਲੱਗੂਗਾ ਵੀ ਇਹ ਜਿਹੜਾ ਨਾਮ ਧਨ ਹੈ ਜਦੋਂ ਇਸ ਨੂੰ ਸੱਚਖੰਡ ਲੈ ਜਾਊਗਾ। ਇਹ ਸਤ ਸੰਗਤ ਸੇਵਾ ਸਿਮਰਨ ਕੁਰਬਾਨੀ ਦੀ ਕੀਮਤ ਇਹ ਰੱਬੀ ਦਰਗਾਹ ਦੇ ਵਿੱਚ ਪੈਂਦੀ ਆ। ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਦੇ ਚਰਨਾਂ 'ਚ। ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ, ਸਿੰਘੋ ਜੋ ਹਜ਼ਾਰਾਂ ਲੱਖਾਂ ਸਾਲ ਤਪੱਸਿਆ ਭਗਤੀ ਬੰਦਗੀ ਸਮਾਧੀਆਂ ਲਾ ਕੇ ਜਿਸ ਅਵਸਥਾ ਪਦਵੀ ਨੂੰ ਪ੍ਰਾਪਤ ਨਹੀਂ ਹੁੰਦੇ, ਕਹਿੰਦੇ ਉਹ ਮੈਦਾਨੇ ਜੰਗ 'ਚ ਤੇ ਅਣਖ ਗੈਰਤ ਧਰਮ ਗਊ ਮਜਲੂਮਾਂ ਦੀ ਖਾਤਰ ਜੋ ਖਿੜੇ ਮੱਤੇ ਜਾਮੇ ਸ਼ਹਾਦਤ ਦਾ ਜਾਮ ਪੀ ਲੈਂਦਾ, ਮੈਂ ਉਸ ਨੂੰ ਉਹ ਪਦਵੀ ਪ੍ਰਾਪਤ ਕਰਾਵਾਂਗਾ। ਸਿੰਘਾਂ ਨੇ ਪੁੱਛਿਆ, ਮਹਾਰਾਜ ਜੀ ਅਜੇ ਜੰਗ ਯੁੱਧ ਖਤਮ ਨਹੀਂ ਹੋਏ, ਹਜ਼ਾਰਾਂ ਦੀ ਤਾਦਾਦ ਦੇ ਵਿੱਚ ਖਬਰ ਆਈ ਤੇ ਕਲਗੀਧਰ ਮਹਾਰਾਜ ਜੀ ਨੇ ਫਿਰ ਗੁਪਤ ਸ਼ਹੀਦ ਫੌਜਾਂ ਦੇ ਦਰਸ਼ਨ ਦਿਦਾਰੇ ਕਰਾਏ। ਗਰੀਬ ਨਵਾਜ਼ ਸਤਿਗੁਰ ਸੱਚੇ ਪਾਤਸ਼ਾਹ ਚੋਜੀ ਪ੍ਰੀਤਮ ਇਹ ਆਪ ਜੀ ਦੀਆਂ ਆਪ ਹੀ ਜਾਣ ਸਕਦੇ ਹੋ। ਲੜੀਵਾਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗੁਰਬਾਣੀ ਦੀ ਵਿਆਖਿਆ ਇਸ ਕਰਕੇ ਸਮਾਂ ਲੱਗਦਾ ਵੀ ਗੱਲ ਸਮਝਣ ਵਾਸਤੇ ਇਹ ਜੀਵ ਤਿਆਰ ਹੋ ਜਾਏ, ਇਹਨੂੰ ਪਤਾ ਲੱਗ ਜੇ ਮੈਂ ਕੀ ਸੁਣਨ ਵਾਸਤੇ ਆਇਆ। ਕਿਉਂਕਿ ਸੰਸਾਰ ਦੇ ਝਮੇਲੇ ਸਾਡੇ ਅੰਦਰ ਇੰਨੇ ਕੁ ਚੱਲ ਰਹੇ ਆ, ਬੜਾ ਲੰਮਾ ਸਮਾਂ ਲੱਗਦਾ ਗੁਰਬਾਣੀ ਨੂੰ ਸਮਝਣ ਵਾਸਤੇ, ਗੁਰਬਾਣੀ ਨੂੰ ਸੁਣਨ ਵਾਸਤੇ, ਮਨ ਦੀ ਇਕਾਗਰਤਾ ਦੇ ਵਾਸਤੇ। ਸਾਧ ਸੰਗਤ ਭਉ ਭਾਉ ਸਹਿਜ ਬੈਰਾਗ ਹੈ, ਗੁਰਮੁਖ ਸਹਿਜ ਸੁਭਾਉ ਸੁਰਤ ਸੋ ਜਾਗ ਹੈ। ਇਹ ਸੁੱਤੀ ਹੋਈ ਸੁਰਤੀ ਜਾਗ ਸਕਦੀ ਜਨਮਾਂ ਜਨਮਾਂਤਰਾਂ ਤੋਂ। ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ 'ਚ ਸਤ ਸੰਗਤ ਕਰਨ ਦੇ ਨਾਲ ਅੰਗ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 1249 ਤੇ 50 ਰਾਗ ਸਾਰੰਗ ਦੀ ਵਾਰ ਸ਼ਲੋਕ ਹਨ ਗੁਰੂ ਅਮਰਦਾਸ ਮਹਾਰਾਜ ਜੀ ਦੇ, ਤੇ ਪੌੜੀ ਹੈ ਸੋਢੀ ਸੁਲਤਾਨ ਗੁਰੂ ਰਾਮਦਾਸ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਉਚਾਰੀ ਹੋਈ। ਸ਼ਲੋਕ ਮਹੱਲਾ ਤੀਜਾ। ਪਰਾਈ ਅਮਾਨ ਕਿਉਂ ਰੱਖੀ ਐ, ਦਿੱਤੀ ਹੀ ਸੁਖ ਹੋਏ। ਹੁਣ ਸਰੀਰ ਕਿਸ ਨੇ ਦਿੱਤਾ? ਹਰਿ ਜਿਉ ਗੁਫਾ ਅੰਦਰ ਰੱਖ ਕੇ ਬਾਜਾ ਪਵਨ ਬਜਾਇਆ, ਬਜਾਇਆ ਬਾਜਾ ਪੌਣ ਨੌ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ। ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ ਕੈ, ਕਿਆ ਤੁਧ ਕਰਮ ਕਮਾਇਆ। ਪੜ੍ਹਦੇ ਹਾਂ ਰੋਜ਼ ਨਿਤਨੇਮੀ ਰੂਹਾਂ। ਗੁਰੂ ਅਮਰਦਾਸ ਮਹਾਰਾਜ ਜੀ ਦੇ ਬਚਨ ਆਨੰਦ ਸਾਹਿਬ ਦੇ ਵਿੱਚ ਹਨ। ਗੁਰੂ ਅਮਰਦਾਸ ਮਹਾਰਾਜ ਜੀ ਦੇ ਇਹ ਬਚਨ ਗੁਰਮੁਖ ਪਿਆਰਿਓ, ਇਹ ਰਾਗ ਸਾਰੰਗ ਦੀ ਵਾਰ ਦੇ ਵਿੱਚ ਗੁਰਦੇਵ ਜੀ ਨੇ ਕਿਰਪਾ ਕੀਤੀ। ਪਰਾਈ ਅਮਾਨ ਕਿਉਂ ਰੱਖੀ ਹੈ? ਇਹ ਸਰੀਰ ਰੂਪੀ ਅਮਾਨਤ ਕਿਸ ਦੀ ਹੈ ਤੇ ਕਿਸ ਨੇ ਦਿੱਤੀ? ਇਸ ਧਰਤੀ ਤੇ ਕੋਈ ਮਾਤਾ ਪਿਤਾ ਆਪਣੇ ਜ਼ੋਰ ਦੇ ਨਾਲ, ਆਪਣੀ ਚਲਾਕੀ ਦੇ ਨਾਲ, ਆਪਣੀ ਸਿਆਣਪ ਦੇ ਨਾਲ, ਧਨ ਦੌਲਤ ਦੇ ਆਸਰੇ ਦੇ ਨਾਲ ਕੋਈ ਸੰਤਾਨ ਪੈਦਾ ਕਰ ਸਕਦੀ ਹੈ? ਆਪਣੀ ਮਰਜ਼ੀ ਦੇ ਨਾਲ। ਕਹਿੰਦੇ ਇਹ ਤਾਂ ਸਭ ਕੁਝ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਦੇ ਹੁਕਮ ਦੇ ਵਿੱਚ ਹੈ। ਇਹ ਦਾਤੈ ਦਾਤ ਰੱਖੀ ਹੱਥ ਆਪਣਾ, ਜਿਸ ਭਾਵੈ ਤਿਸ ਦੇਈ। ਇਹ ਕਿੰਨੀਆਂ ਹੀ ਭੈਣਾਂ ਜੋ ਸੰਸਾਰ ਤੋਂ ਸੰਤਾਨ ਤੋਂ ਬਗੈਰ ਜਾਂਦੀਆਂ, ਇਹ ਕਿੰਨੇ ਹੀ ਪੁਰਸ਼ ਜੋ ਬੱਚੇ ਦੇ ਮੂੰਹ ਤੇ ਸੂਰਤ ਦੇਖਣ ਨੂੰ ਤਰਸ ਜਾਂਦੇ ਆ।
ਇਹ ਤਾਂ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਦੀ ਬਖਸ਼ਿਸ਼ ਹੋਵੇ ਤੇ ਫਿਰ ਇਹ ਪਦਾਰਥਾਂ ਦੀ ਪ੍ਰਾਪਤੀ ਹੁੰਦੀ ਹੈ। ਪਰਾਈ ਅਮਾਨ ਕਿਉਂ ਰੱਖੀ ਹੈ? ਹੁਣ ਕਿਸ ਨੇ ਸਰੀਰ ਦਿੱਤਾ? ਕੌਣ ਸਵਾਸ ਦੇ ਰਿਹਾ? ਲੱਖਾਂ ਕਰੋੜਾਂ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਅੰਦਰ ਮਸ਼ੀਨਰੀ ਕੰਮ ਕਰ ਰਹੀ ਹੈ। ਕਹਿੰਦੇ ਕਿਡਨੀ ਦੇ ਵਿੱਚ, ਇੱਕ ਕਿਡਨੀ ਦੇ ਵਿੱਚ ਘੱਟ ਤੋਂ ਘੱਟ 1 ਲੱਖ ਫਿਲਟਰ ਲੱਗਾ ਹੈ। ਇੱਕ ਖੂਨ ਦੀ ਬੂੰਦ 60,000 ਕਿਲੋਮੀਟਰ ਸਫ਼ਰ ਕਰਦੀ ਆ ਨਾੜੀਆਂ ਦੇ ਵਿੱਚ। ਇਹ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਨੇ ਸਰੀਰ ਬਣਾਇਆ। ਇਹ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਹੀ ਇਸ ਸਰੀਰ ਨੂੰ ਚਲਾ ਰਿਹਾ। ਉਸ ਤੋਂ ਬਗੈਰ ਇਹ ਚੱਲੇ ਨਹੀਂ ਸਕਦਾ। ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ, ਜੋ ਤੂੰ ਹੰਕਾਰ ਕਰਦਾ, ਬਹੁਤ ਮਾਣ ਕਰਦਾ, ਕਹਿੰਦੇ ਤੈਨੂੰ ਪਤਾ ਇਹ ਸਰੀਰ ਅਮਾਨਤ ਕਿਸ ਦੀ ਹੈ? ਇਹ ਕਿਸ ਨੇ ਤੈਨੂੰ ਸਰੀਰ ਦਿੱਤਾ? ਇਹ ਸਵਾਸ ਕੌਣ ਦੇ ਰਿਹਾ? ਨਿਮਕ ਨਿਮਕ ਤੁਮ ਹੀ ਪ੍ਰਤਪਾਲੋ, ਹਮ ਬਾਰਿਕ ਤੁਮਰੇ ਧਾਰੇ ਤੁਮ ਦਾਤੇ, ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ। ਪਰਾਈ ਅਮਾਨ ਕਿਉਂ ਰੱਖੀ ਹੈ? ਜਦੋਂ ਸਮਝ ਆ ਗਈ ਮਹਾਰਾਜ ਜੀ ਬਖਸ਼ਿਸ਼, ਕਹਿੰਦੇ ਦਿੱਤੀ ਹੀ ਸੁਖ ਹੋਏ। ਪਰਮਾਤਮਾ ਨੇ ਸਰੀਰ ਦਿੱਤਾ ਤੇ ਪਰਮਾਤਮਾ ਨੂੰ ਦੇਣ ਦਾ ਮਤਲਬ ਫਿਰ ਰੱਜ ਕੇ ਹੋਵੇ ਸੇਵਾ ਇਸ ਸਰੀਰ ਤੋਂ, ਰੱਜ ਕੇ ਹੋਵੇ ਸਿਮਰਨ ਇਸ ਸਰੀਰ ਤੋਂ, ਰੱਜ ਕੇ ਹੋਵੇ ਭਗਤੀ ਤੇ ਬੰਦਗੀ ਇਸ ਸਰੀਰ ਤੋਂ। ਸ਼ੈਤਾਨ ਦੇ ਅੰਦਰੋਂ ਸਵਾਲ ਪੈਦਾ ਹੋਵੇਗਾ, ਫਿਰ ਰੋਟੀ ਪ੍ਰਸ਼ਾਦਾ ਉਹਨਾਂ ਨੂੰ ਇਹ ਨਹੀਂ ਪਤਾ ਵੀ ਜਿਹੜੇ ਕਮਾ ਕੇ 4 ਜੀਆਂ ਨੂੰ ਖੁਸ਼ ਨਹੀਂ ਕਰ ਸਕਦੇ, ਜਿਹੜੇ ਸਿਮਰਨ ਕਰਦੇ ਆ ਉਹਨਾਂ ਦੀ ਨਾਮ ਸਿਮਰਨ ਕਮਾਈ ਦਾ ਸਦਕਾ ਕਰੋੜਾਂ ਜੀਵਾਂ ਦਾ ਪੇਟ ਭਰਦਾ। ਪ੍ਰਮਾਣ ਦੇਖਣਾ ਤੇ ਗਏ ਹੋਣੇ ਹਜੂਰ ਸਾਹਿਬ। ਸੇਵਾ ਸਿਮਰਨ ਕਿਸ ਨੇ ਕੀਤਾ? ਬਾਬਾ ਨਿਧਾਨ ਸਿੰਘ ਜੀ ਨੇ। ਹੁਣ ਬਾਬਾ ਨਿਧਾਨ ਸਿੰਘ ਦੇ ਨਾਮ ਦੀ ਕਮਾਈ ਦਾ ਸਦਕਾ ਕਿੰਨੇ ਪ੍ਰਸ਼ਾਦਾ ਛਕਦੇ ਆ? ਦੇਖਦੇ ਤੁਸੀਂ ਨਾ। ਕੋਈ ਆਪ ਕਮਾਈ ਕਰਕੇ ਇੰਨਾ ਲੰਗਰ ਚਲਾ ਸਕਦਾ? ਪਰਾਈ ਅਮਾਨ ਕਿਉਂ ਰੱਖੀ ਹੈ? ਦਿੱਤੇ ਹੂੰ ਸੁਖ ਹੋਏ। ਕਹਿੰਦੇ ਇਸ ਸਰੀਰ ਦੀ ਕੀਮਤ ਦੇਣਾ, ਇਸ ਸਰੀਰ ਦੇ ਨਾਲ ਸੇਵਾ ਸਿਮਰਨ, ਤਨ ਮਨ ਧਨ ਜਿਸ ਦਾ ਹੈ ਉਸ ਦੇ ਅਰਪਣ ਕਰ ਦੇਣਾ। ਫਿਰ ਇਹ ਸਮਝਣ ਵਾਸਤੇ, ਗੁਰੂ ਦੇ ਸ਼ਬਦ ਨੂੰ ਹਿਰਦੇ 'ਚ ਵਸਾਉਣ ਵਾਸਤੇ ਕਹਿੰਦੇ ਗੁਰ ਕਾ ਸ਼ਬਦ ਗੁਰ ਥੈ ਟਿਕੈ। ਜਿਹੜਾ ਗੁਰਬਾਣੀ ਪਰਮਾਤਮਾ ਸਰੂਪ ਹੈ, ਇਹ ਗੁਰੂ ਦੇ ਹੱਥ ਵਸ ਹੈ, ਗੁਰੂ ਦਾ ਜੋ ਸ਼ਬਦ ਹੈ, ਹੋਰ ਕਿਸੇ ਦੇ ਪਾਸ ਨਹੀਂ। ਹੋਰ ਥੈ ਪ੍ਰਗਟ ਨਾ ਹੋਏ। ਕੋਈ ਵੀ ਪਰਮਾਤਮਾ ਨੂੰ ਸ਼ਬਦ ਤੋਂ ਬਗੈਰ, ਗੁਰੂ ਦੀ ਕਿਰਪਾ ਤੋਂ ਬਗੈਰ ਪ੍ਰਗਟ ਨਹੀਂ ਕਰ ਸਕਦਾ। ਕਿਉਂਕਿ ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਿਹਾ ਭਗਵੰਤ। ਗੁਰੂ ਤੋਂ ਬਗੈਰ ਜੋ ਗੁਪਤ ਤੌਰ ਤੇ ਪਰਮਾਤਮਾ, ਉਸ ਦੇ ਪ੍ਰਗਟ ਦਰਸ਼ਨ ਦਿਦਾਰੇ ਜਾਂ ਸ਼ਬਦ ਦੀ ਸੋਝੀ, ਸ਼ਬਦ ਦਾ ਪ੍ਰਕਾਸ਼ ਗੁਰੂ ਤੋਂ ਬਗੈਰ ਨਹੀਂ ਹੋ ਸਕਦਾ। ਅੰਨੇ ਵਸ ਮਾਨਕ ਪਿਆ। ਕਹਿੰਦੇ ਇਹ ਜੋ ਮਨਮੁਖ ਹੈ, ਚਤਰਾਈ ਸਿਆਣਪ ਤੇ ਚਲਾਕੀਆਂ ਦੇ ਆਸਰੇ ਜਿਹੜਾ ਜੀ ਰਿਹਾ, ਬਈ ਮੈਂ ਆਹ ਨਾ ਕੀਤਾ, ਮੈਂ ਐਨਾ ਕੀਤਾ, ਮੈਂ ਆਹ ਕਮਾਈ ਕੀਤੀ, ਮੇਰਾ ਆਹ ਦਿਲ, ਮੇਰਾ ਆਹ ਦਿਮਾਗ। ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਵੀ ਮੈਨੂੰ ਇਵੇਂ ਪ੍ਰਤੀਤ ਹੁੰਦਾ ਵੀ ਜਿਹਦੇ ਕੋਲ ਅੱਖਾਂ ਨਹੀਂ ਨਾ, ਤੇ ਅੰਨੇ ਦੇ ਹੱਥ ਬੇਕੀਮਤੀ ਮਾਣਕ ਆ ਗਿਆ, ਜਿਹਦੀ ਬਹੁਤ ਕੀਮਤ ਸੀ। ਕਹਿੰਦੇ ਉਹ ਪੱਥਰ ਜਾਣ ਕੇ ਤੇ ਦੁਕਾਨਾਂ ਤੇ ਵੇਚਦਾ ਫਿਰਦਾ, ਵੀ ਆਹ ਪੱਥਰ ਬਹੁਤ ਮੁਲਾਇਮ ਜਿਹਾ ਮੇਰੇ ਹੱਥਾਂ ਨੂੰ ਲੱਗਦਾ, ਵੀ ਲੈ ਲਓ, ਕੁਛ ਪੈਸੇ ਦੇ ਦਿਓ। ਤੇ ਪੈਸੇ ਵੀ ਉਹ ਕੌਡੀਆਂ ਦਾ ਮੁੱਲ ਕਰਨ ਵਾਲੇ, ਅੰਦਰੋਂ ਅੰਨਾ ਬਾਹਰੋਂ ਅੰਨਾ, ਕੂੜੀ ਕੂੜੀ ਗਾਵੇ। ਅੰਧਾ ਜਗਤ ਅੰਧ ਵਰਤਾਰਾ, ਬਾਝ ਗੁਰੂ ਡੂਬਾ ਸੰਸਾਰਾ। ਬੇਕੀਮਤੀ ਸਵਾਸ ਰੂਪੀ ਮਾਣਕ ਇਸ ਮਨੁੱਖ ਨੂੰ ਮਿਲੇ, ਇਹ ਅਗਿਆਨੀਆਂ ਤੇ ਮਨਮੁੱਖਾਂ ਦੇ ਬਾਜ਼ਾਰਾਂ ਤੇ ਘਰਾਂ ਦੇ ਵਿੱਚ ਵੇਚਦਾ ਫਿਰਦਾ, ਉਹਨਾਂ ਨੂੰ ਵੀ ਇਹਨਾਂ ਸਵਾਸਾਂ ਦੀ ਕੋਈ ਕੀਮਤ ਦਾ ਪਤਾ ਨਹੀਂ,
कोई मुल दा पता नहीं। ਇਹ ਬੇਕੀਮਤੀ ਸਵਾਸਾਂ ਦੇ ਨਾਲ ਇੱਕੋ ਹੀ ਵਪਾਰ ਹੋ ਸਕਦਾ। ਬੇਕੀਮਤੀ ਨਾਮ ਜਪਿਆ ਜਾ ਸਕਦਾ, ਬੇਕੀਮਤੀ ਨਾਮ ਧਨ ਖਟਿਆ ਜਾ ਸਕਦਾ, ਬੇਕੀਮਤੀ ਪਰਮਾਤਮਾ ਪਰਮੇਸ਼ਰ ਦੀ ਪ੍ਰਾਪਤੀ ਹੋ ਸਕਦੀ ਹੈ। ਕਹਿੰਦੇ ਉਹਨਾਂ ਪਰਖ ਨਾ ਆਵੇ ਅੱਡ ਨਾ ਪੱਲੇ ਪਾਏ। ਕਹਿੰਦੇ ਉਹਨਾਂ ਨੂੰ ਪਰਖੇ ਨਹੀਂ ਸੱਚ ਦੀ ਝੂਠ ਦੀ, ਜੰਮਣ ਦੀ ਮਰਨ ਦੀ, ਸੰਸਾਰ ਦੀ ਨਿਰੰਕਾਰ ਦੀ, ਤੇ ਪੱਲੇ ਉਹਨਾਂ ਦੇ ਕੀ ਪੈਣਾ ਸਵਾ। ਸਾਥ ਨਾ ਚਾਲੈ ਬਿਨ ਭਜਨ ਵਿਖਿਆ ਸਗਲੀ ਸ਼ਾਰ। ਹਰ ਹਰ ਨਾਮ ਕਮਾਵਣਾ ਨਾਨਕ ਇਹ ਧਨ ਸਾਰ। ਇਹ ਨਿਚੋੜ ਸੀ ਨਾਮ ਦੀ ਕਮਾਈ ਕਰਨੀ। ਇਹ ਉਹ ਵਸਤੂਆਂ ਨੂੰ ਕਮਾ ਕੇ ਬੇਕੀਮਤੀ ਸਵਾਸਾਂ ਦਾ ਖਜ਼ਾਨਾ ਬਰਬਾਦ ਕਰ ਰਿਹਾ। ਰਹਿਣ ਗਵਾਈ ਸੋਏ ਕੈ ਦਿਵਸ ਗਵਾਇਆ ਖਾਏ। ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਕਹਿੰਦੇ ਜੇ ਆਪ ਪਰਖ ਨਾ ਆਵੇ, ਜਿੰਨੀ ਕੁ ਜ਼ਿੰਦਗੀ ਲੰਘਦੀ ਹੈ, ਬੰਦਾ ਜੇ ਆਪਣੇ ਆਪ ਨੂੰ ਟਾਈਮ ਦੇਵੇ ਵੀ 10 ਸਾਲ ਲੰਘ ਗਏ ਕੁਛ ਸਮਝ ਨਹੀਂ ਆਈ, 20 ਸਾਲ 30 40 50 60 ਲੰਘ ਗਏ, ਪਾਇਆ ਕੀ? ਪਰ ਆਪਣੇ ਆਪ ਨਾਲ ਬੈਠੋਗੇ ਫਿਰ ਪਤਾ ਲੱਗੂਗਾ ਵੀ ਕੀ ਪਾਇਆ ਤੇ ਕੀ ਗਵਾਇਆ। ਹੁਣ ਮਨੁੱਖ ਦੇ ਕੋਲ ਟਾਈਮ ਹੀ ਨਹੀਂ ਕਿ ਆਪਣੇ ਆਪ ਨੂੰ ਵਾਚ ਕਰ ਸਕੇ, ਉਹ ਹਿਸਾਬ ਕਿਤਾਬ ਲਾ ਸਕੇ ਵੀ ਜੋ ਕੁਝ ਮੈਂ ਖੱਟ ਰਿਹਾ ਦਿਨ ਰਾਤ ਇੱਕ ਕਰਕੇ, ਤਾਂ ਵੱਡੇ ਵੱਡੇ ਖੱਟ ਕੇ ਖਾਲੀ ਹੱਥ ਚਲ ਗਏ ਸਿਕੰਦਰ ਬਾਦਸ਼ਾਹ ਵਰਗੇ। ਉਹਨਾਂ ਦੇ ਨਾਲ ਤਾਂ ਇਹ ਇੱਕ ਕਦਮ ਵੀ ਇਹ ਸੰਸਾਰੀ ਧਨ ਨਹੀਂ ਗਿਆ। ਹੁਣ ਸੋਚਾਂਗੇ, ਆਪਣੇ ਆਪ ਨਾਲ ਗੱਲਾਂ ਕਰਾਂਗੇ, ਫਿਰ ਇਹ ਪਤਾ ਲੱਗੇਗਾ। ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ, ਪੁਰਖਾ ਜੇ ਆਪ ਪਰਖ ਨਾ ਆਵੇ ਤਾਂ ਪਾਰਖੀਆਂ ਥਾਵੋ ਲਿਓ ਪਰਖਾਏ। ਫਿਰ ਮਿਲੇ ਹੋਇਆਂ ਨੂੰ ਕਿਸੇ ਨੂੰ ਗੁਰਮੁਖ ਪਿਆਰੇ, ਜਿਹਦਾ ਜੀਵਨ ਐਸਾ, ਜਿਹੜਾ ਜੁੜਿਆ ਹੋਇਆ ਪਰਮਾਤਮਾ ਦੇ ਨਾਲ, ਜਰਰੇ ਜਰਰੇ 'ਚ ਪਰਮਾਤਮਾ ਨੂੰ ਪ੍ਰਤੀਤ ਕਰਨ ਵਾਲਾ, ਜਿਹਦੇ ਜੀਵਨ ਦਾ ਇੱਕ ਅੰਗ ਤੇ ਆਧਾਰ ਤੇ ਨਿਯਮ ਬਣ ਚੁੱਕਾ। ਸਤਿਗੁਰਾਂ ਦੇ ਦਰਸ਼ਨ ਦਿਦਾਰੇ, ਸਤ ਸੰਗਤ, ਕਥਾ ਕੀਰਤਨ, ਨਿਤਨੇਮ ਸਿਮਰਨ ਕਰਨਾ, ਉਹਦੇ ਨਾਲ ਵਿਚਾਰ ਕਰ ਵੀ ਮੈਨੂੰ ਜ਼ਿੰਦਗੀ ਦੀ ਸਮਝ ਨਹੀਂ ਲੱਗ ਰਹੀ, ਵੀ ਕੁਝ ਹੱਥ ਪੱਲੇ ਤਾਂ ਪਿਆ ਨਹੀਂ, ਜਿੰਨੀ ਕੁ ਜ਼ਿੰਦਗੀ ਲੰਘ ਗਈ ਕੀ ਪ੍ਰਤੀਤ ਹੁੰਦਾ ਵੀ ਸੁਪਨੇ ਵਾਂਗੂ ਲੰਘ ਗਈ। ਉਹਨੂੰ ਇਹ ਵੀ ਸੋਚਣਾ ਚਾਹੀਦਾ ਵੀ ਜਿਹੜੇ ਬਾਕੀ 4 ਦਿਨ ਰਹਿ ਗਏ ਆ ਉਹ ਵੀ ਸੁਪਨੇ ਵਾਂਗੂ ਲੰਘ ਜਾਣੇ ਆ। ਤੂੰ ਜੀਵਨ ਨੂੰ ਪਕੜ ਨਹੀਂ ਸਕਦਾ, ਤੇਰੇ ਹੱਥ ਦੇ ਵਿੱਚ ਸਮਾਂ ਨਹੀਂ। ਜਿਸ ਤਰ੍ਹਾਂ ਪਿਛਲਾ ਸਮਾਂ ਲੰਘ ਗਿਆ, ਆਉਣ ਵਾਲਾ ਵੀ ਸਮਾਂ ਲੰਘ ਜਾਣਾ। ਬਸ ਇੱਕੋ ਇੱਕ ਰਸਤਾ ਹੈ, ਤੂੰ ਸੰਭਾਲ ਕਰ ਸਕਦਾ, ਤੂੰ ਸੁੱਤਾ ਹੋਇਆ ਜਾਗ ਸਕਦਾ, ਅਕਾਲ ਪੁਰਖ ਪਰਮਾਤਮਾ ਦਾ ਸਿਮਰਨ ਕਰ ਸਕਦਾ, ਹੋਰ ਕੁਝ ਵੀ ਨਹੀਂ। ਜੇ ਉਸ ਨਾਲ ਚਿੱਤ ਲਾਏ ਤਾਂ ਵੱਥ ਲਹੈ ਨੌਨਿਧ ਪੱਲੇ ਪਾਏ। ਸੰਸਾਰ ਦੇ ਨਾਲ ਚਿੱਤ ਲਾ ਕੇ ਦੇਖ ਲਿਆ ਵੇ ਕੀ ਮਿਲਿਆ। ਕੌਡੀਆਂ 4 ਹੈ, ਜਿਸ ਰਿਸ਼ਤੇ ਦਾ ਪਤਾ ਵੀ ਨਹੀਂ, ਉਹ ਤੁਹਾਡੇ ਪਿਤਾ ਦੀ ਭੂਆ ਦੇ ਪੁੱਤ ਦੇ ਪੋਤੇ ਦਾ ਪੜੋਤੇ ਦਾ ਰਿਸ਼ਤਾ ਕੱਢ ਕੇ ਆ ਜਾਣਾ। ਤੇ ਜੇ ਬਿਲਕੁਲ ਨਜ਼ਦੀਕ ਦਾ ਰਿਸ਼ਤਾ ਦੇ ਬਿਲਕੁਲ ਪਤਾ ਵੀ ਹੁਣ ਇਹਨੇ ਪੈਸਾ ਹੀ ਮੰਗਣਾ, ਤੇ ਫਿਰ ਉਹਦੇ ਲਾਗੇ ਨਹੀਂ ਲੱਗਣਾ। ਕਿਹੜਾ ਰਿਸ਼ਤਾ ਮੈਨੂੰ ਤਾਂ ਚੇਤਾ ਹੀ ਨਹੀਂ। ਇਹ ਸੰਸਾਰਕ ਸੁਭਾਅ। ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਬਖਸ਼ਿਸ਼ ਕਰਦੇ, ਜੇ ਉਸ ਨਾਲ ਚਿੱਤ ਲਾਏ ਤਾਂ ਵੱਥ ਲਹੇ ਨੌਨਿਧ ਪੱਲੇ ਪਾਏ। ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਵਿਸਰਾਮ। ਪਾਰ ਜਾਤ ਇਹੋ ਹਰ ਕਾ ਨਾਮ ਕਾਮ ਤੈਨ ਹਰ ਹਰ ਗੁਣ ਗਾਮ। ਪਰਮਾਤਮਾ ਦਾ ਨਾਮ ਕਲਪ ਬਿਰਛ ਹੈ, ਪਰਮਾਤਮਾ ਦਾ ਨਾਮ ਹੀ ਕਾਮ ਧੇਨ ਗਊ ਹੈ। ਪਰਮਾਤਮਾ ਦੇ ਨਾਮ ਨਾਲ ਹੀ ਸਭੇ ਇੱਛਾ ਪੂਰੀਆਂ। ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੇ ਬਸੈ। ਕਾਮ ਧੇਨਾ ਸੋ ਐਸਾ ਹਰ ਧਿਆਈਐ ਮੇਰੇ ਜੀੜੇ ਤਾਂ ਸਰਬ ਸੁਖ ਪਾਵੈ। ਮੇਰੇ ਮਨਾ ਜਪ ਮਨ ਸਤਨਾਮ ਸਦਾ ਸਤਨਾਮ। ਹਲਤ ਪਲਤ ਮੁਖ ਉਜਲ ਹੋਈ ਹੈ ਨਿਤ ਧਿਆਈਏ ਹਰ ਪੁਰਖ ਨਿਰੰਜਣਾ। ਮਹਾਰਾਜ ਜੀ ਕਹਿੰਦੇ ਘਰ ਹੁੰਦਾ ਧਨ ਜਗ ਭੁੱਖਾ ਮੂਆ। ਕਹਿੰਦੇ ਜਿਹਦੇ ਕੋਲ ਕਰੋੜਾਂ ਲੱਖਾਂ ਅਰਬਾਂ ਮਰ ਗਏ, ਲੁੱਟ ਗਏ, ਖਰਚਾ ਨਹੀਂ ਪੂਰਾ ਹੁੰਦਾ,
ਤੇ ਹੋਰ ਦੌੜ ਵਧੀ ਹੈ, ਰੁਕਦਾ ਨਹੀਂ ਕੋਈ ਵੀ। ਕੋਈ ਰੁਕਿਆ ਹੋਇਆ ਨਹੀਂ ਦੇਖਿਆ। ਜੇ ਕੋਈ ਰੁਕਿਆ ਹੋਇਆ ਪਾਓਗੇ ਫਿਰ ਉਹਦੇ ਹੱਥ ਪਰਮਾਤਮਾ ਦਾ ਧਨ ਹੋਵੇਗਾ, ਨਾਮ ਦਾ। ਉਹਦੇ ਜੀਵਨ ਕਾਲ ਦੇ ਵਿੱਚ ਬਖਸ਼ਿਸ਼ ਕਿਰਪਾ ਰਹਿਮਤ ਹੋਵੇਗੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਹਿਰਦੇ 'ਚ ਵਾਸਾ ਹੋਵੇਗਾ ਗੁਰੂ ਦੇ ਸ਼ਬਦ ਦਾ। ਮਹਾਰਾਜ ਜੀ ਕਹਿੰਦੇ ਸਾਰਿਆਂ ਦੇ ਕੋਲ ਇਹ ਸਵਾਸਾਂ ਰੂਪੀ ਧਨ ਹੈ ਬੇਕੀਮਤੀ। ਇਹ ਸਵਾਸ ਸਮਾਂ ਇਸ ਦੇ ਕੋਲ ਸਾਰਿਆਂ ਦੇ ਅੰਦਰ ਪਰਮਾਤਮਾ ਦੀ ਜੋਤ। ਪਰ ਸਾਰਾ ਸੰਸਾਰ ਹੀ ਕੋਟਣ ਮੈਂ ਨਾਨਕ ਕੋ ਨਾਰਾਇਣ ਜੇ ਚੀਤ, ਭੁੱਖਾ ਭੁੱਖਾ ਹੀ ਪਕਾਰ ਰਿਹਾ। ਮਰ ਗਏ, ਲੁੱਟ ਗਏ, ਖਰਚਾ ਪੂਰਾ ਨਹੀਂ ਹੁੰਦਾ, ਕਿਸੇ ਨੂੰ ਨਹੀਂ ਦੇਖੋਗੇ ਸੰਤੁਸ਼ਟ ਬਗੈਰ ਭਜਨ ਬੰਦਗੀ ਬਾੜੀ ਰੂਹ ਤੋਂ। ਕਹਿੰਦੇ ਬਿਨ ਸਤਿਗੁਰ ਸੋਝੀ ਨਾ ਹੋਏ। ਇਹ ਜਿਹੜੀ ਸੋਝੀ ਹੈ ਇਹ ਗੁਰੂ ਦੀ ਰਹਿਮਤ ਤੋਂ ਬਗੈਰ ਜੀਵ ਨੂੰ ਪ੍ਰਾਪਤ ਨਹੀਂ ਹੋ ਸਕਦੀ। ਸ਼ਬਦ ਸੀਤਲ ਮਨ ਤਨ ਵਸੈ, ਤਿੱਥੈ ਸੋਗ ਬਜੋਗ ਨਾ ਕੋਏ। ਇਹ ਕਹਿੰਦੇ ਜੋ ਸੀਤਲ ਅਕਾਲ ਪੁਰਖ ਪਰਮੇਸ਼ਰ ਦਾ ਨਾਮ ਹੈ। ਕਲ ਤਾਤੀ ਠਾਂਡਾ ਹਰ ਨਾਉ। ਇਹ ਸੰਸਾਰ ਸੜ ਰਿਹਾ, ਇੱਕੋ ਇੱਕ ਸੀਤਲ ਠੰਡਕ ਦੇਣ ਵਾਲਾ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਦਾ ਨਾਮ ਜਿਹਦੇ ਹਿਰਦੇ 'ਚ ਵਸ ਜਾਵੇ, ਤਿੱਥੈ ਸੋਗ ਬਜੋਗ ਨਾ ਕੋਏ। ਨਾ ਜੰਮਣ ਨਾ ਮਰਨ, ਉਹ ਖਤਮ ਹੋ ਜਾਂਦਾ। ਨਹਿ ਕਿਛ ਜਨਮੈ ਨਹਿ ਕਿਛ ਮਰੈ, ਆਪਨ ਚਲਤ ਆਪ ਹੀ ਕਰੇ। ਜੀਵਨ ਮੁਕਤ ਸੋ ਆਕੀਐ। ਉਹਨਾਂ ਰੂਹਾਂ ਦੇ ਮਤਲਕ ਇਹ ਬਚਨ ਹੈ। ਮਹਾਰਾਜ ਜੀ ਕਹਿੰਦੇ ਵਸਤ ਪਰਾਈ ਆਪ ਗਰਵ ਕਰੇ। ਸਵਾਸ ਕੋਈ ਦੇ ਰਿਹਾ, ਆਪਣੀ ਜ਼ਿੰਦਗੀ ਦਾ ਮਾਲਕ ਖੁਦ ਬਣ ਕੇ ਬੈਠਾ। ਮਨੁੱਖ ਸਰੀਰ ਕਿਸੇ ਨੇ ਦਿੱਤਾ, ਮਾਤ ਗਰਮੈ ਆਪਨ ਸਮਰੰਦੇ। ਪਰ ਲਿਵ ਛੋੜ ਕੇ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਪਰਾਈ ਅਮਾਨਤ ਨੂੰ ਆਪਣੀ ਸਮਝ ਕੇ ਬੈਠ ਗਿਆ ਤੇ ਮੂਰਖ ਆਪ ਗਣਾਏ ਹੰਕਾਰ ਕਰਦਾ, ਫਿਰ ਨਾਮ ਮੂਰਖ ਅਖਵਾਉਂਦਾ। ਬੇ ਇਹ ਬੇਸਮਝ ਹੈ, ਅਗਿਆਨਤਾ ਦੇ ਵਿੱਚ ਇਹ ਜੀ ਰਿਹਾ। ਨਾਨਕ ਬਿਨ ਬੂਝੇ ਕਿਨੇ ਨਾ ਪਾਇਓ। ਬਗੈਰ ਬੁੱਝਣ ਤੋਂ ਕੋਈ ਪਰਮਾਤਮਾ ਦੀ ਪ੍ਰਾਪਤੀ ਨਹੀਂ ਕਰ ਸਕਦਾ। ਫਿਰ ਆਵੇ ਜਾਏ, ਫਿਰ ਜੰਮੇਗਾ, ਫਿਰ ਮਰੇਗਾ, ਫਿਰ ਜੂਨਾਂ 'ਚ ਜਾਵੇਗਾ, ਫਿਰ ਨਵੀਂ ਜੂਨ ਮਿਲੇਗੀ। ਮਹੱਲਾ ਤੀਜਾ। ਮਨ ਆਨੰਦ ਭਿਆ ਮਿਲਿਆ ਹਰ ਪ੍ਰੀਤਮ। ਸੰਸਾਰ ਮਿਲੇ ਤੇ ਮਨ ਆਨੰਦ ਨਹੀਂ ਹੋਇਆ, ਕਿਉਂਕਿ ਜੋ ਸੰਸਾਰ ਦਾ ਮਿਲਣਾ ਉਹ ਪਾਸ ਰਹਿਣਾ ਨਹੀਂ। ਇਹ ਜਿਹੜਾ ਆਨੰਦ ਛਿਨ ਭੰਗਰ ਥੋੜ੍ਹੇ ਜਿਹੇ ਸਮੇਂ ਦਾ ਸੁੱਖ ਹੈ। ਕੁਛ ਮਿਲ ਗਿਆ ਤੇ ਵਾਹ ਵਾਹ। ਜਬ ਇਹ ਜਾਣੈ ਮੈਂ ਕਿਛ ਕਰਤਾ, ਤਬ ਲਗ ਗਰਭ ਜੋਨ ਮੈਂ ਫਿਰਤਾ। ਮਨ ਆਨੰਦ ਭਿਆ ਕਦੋਂ ਮਿਲਿਆ ਹਰ ਪ੍ਰੀਤਮ। ਜਨਮਾਂ ਜਨਮਾਤਰਾਂ ਦੀ ਕਮਾਈ ਮਸਕਤ ਦਾ ਸਦਕਾ ਜਿਨ੍ਹਾਂ ਨੂੰ ਪਿਆਰਾ ਪ੍ਰੀਤਮ ਮਿਲ ਗਿਆ, ਫਿਰ ਸਰਸੇ ਸੱਜਣ ਸੰਤ ਪਿਆਰੇ। ਉਹਦਾ ਪਰਿਵਾਰ ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾ ਪੁੱਤਾ ਭਾਈਆ। ਸੰਤ ਜਨਾਂ ਕਾ ਪੇਖਣ ਸਭ ਬ੍ਰਹਮ, ਸੰਤ ਜਨਾਂ ਕਾ ਹਿਰਦੈ ਸਭ ਧਰਮ। ਸੰਤ ਜਨਾਂ ਸੁਣੈ ਸੁਭ ਬਚਨ, ਸਰਬ ਵਿਆਪੀ ਰਾਮ ਸੰਗ ਰਚਨ। ਜਿਨ ਜਾਤਾ ਤਿਸ ਕੀ ਇਹ ਰਹਿਤ, ਸਤ ਬਚਨ ਸਾਧੂ ਸਭ ਕਹਿਤ। ਸੱਜਣ ਸੰਤ ਪਿਆਰੇ, ਜੋ ਤੁਰ ਮਿਲੇ ਨਾ ਵਿਛੜੈ ਕਬਹੂ, ਜੇ ਆਪ ਮੇਲੇ ਕਰਤਾਰੇ। ਜਿਨ੍ਹਾਂ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਤੁਠਦਾ, ਤੁਠਾ ਸੱਚਾ ਪਾਤਸ਼ਾਹ ਤਾਪ ਗਿਆ ਸੰਸਾਰੇ। ਜਿਨ੍ਹਾਂ ਤੇ ਆਪ ਬਖਸ਼ਿਸ਼ ਕਰਦਾ ਤੇ ਪ੍ਰਭੂ ਪਰਮਾਤਮਾ ਨੂੰ ਮਿਲਾ ਦਿੰਦਾ, ਉਹ ਫਿਰ ਪਰਮਾਤਮਾ ਤੋਂ ਅਲੱਗ ਨਹੀਂ ਹੁੰਦੇ। ਅੰਤਰ ਸ਼ਬਦ ਰਵਿਆ ਗੁਰ ਪਾਇਆ, ਸਗਲੇ ਦੁੱਖ ਨਿਵਾਰੇ। ਵਿਛੋੜੇ ਦੇ ਜਿੰਨੇ ਦੁੱਖ ਸੀ ਖਤਮ ਹੋ ਗਏ। ਹਿਰਦੇ 'ਚ ਸ਼ਬਦ ਦਾ ਵਾਸਾ ਹੋ ਗਿਆ। ਜਿੱਦਾਂ ਖੂਨ ਰੋਮ ਰੋਮ ਹਰ ਨਾੜੀ ਦੇ ਵਿੱਚ ਚੱਲਦਾ, ਇਸੇ ਤਰ੍ਹਾਂ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਜੀ ਦਾ ਨਾਮ ਚੱਲ ਪਿਆ। ਨਾਮ ਦਾ ਰਸ ਆ ਰਿਹਾ ਰੋਮ ਰੋਮ ਦੇ ਵਿੱਚ। ਹਰ ਸੁਖ ਦਾਤਾ ਸਦਾ ਸਲਾਹੀ, ਅੰਤਰ ਰੱਖਾਂ ਔਰ ਧਾਰੇ। ਕਹਿੰਦੇ ਮੈਂ ਹਿਰਦੇ ਦੇ ਵਿੱਚ ਹਰ ਵਕਤ ਅਕਾਲ ਪੁਰਖ ਪਰਮਾਤਮਾ ਦੀ ਸਿਫਤ ਸਲਾਹ। ਜਿਸ ਨੂੰ ਬਖਸ਼ੇ ਸਿਫਤ ਸਾਲਾਹਾ,
ਨਾਨਕ ਪਾਤ ਸਾਹੀ ਪਾਤ ਸਾਹੋ। ਖੂਹ ਦੇ ਵਿੱਚ ਭਾਈ ਮੰਝ ਪਿਆ, ਕਿੰਨੇ ਸਿੱਖ ਸੇਵਾਦਾਰ। ਗੁਰੂ ਅਰਜਨ ਦੇਵ ਮਹਾਰਾਜ ਜੀ ਆਪ ਆਏ ਕੱਢਣ ਵਾਸਤੇ। ਕਿੰਨੇ ਸਿੱਖ ਸੇਵਾਦਾਰ ਸਤਿਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ 'ਚ ਪਰਮਹੰਸ ਦੀ ਪਦਵੀ ਦਿੱਤੀ ਭਾਈ ਪਾਰੋ ਜੀ ਨੂੰ। ਸ਼ਰਧਾ ਭਾਵਨਾ ਦੇਖ ਕਰਕੇ ਕਹਿੰਦੇ ਮਨਮੁਖ ਤਿੰਨ ਕੀ ਬਖੀਲੀ ਕੇ ਕਰੇ। ਕਹਿੰਦੇ ਭਗਤਾਂ ਦੀ, ਗੁਰਮੁਖਾਂ ਦੀ, ਸੰਤਾਂ ਦੀ, ਨਾਮ ਜਪਣ ਵਾਲਿਆਂ ਦੀ, ਸਤ ਸੰਗੀਆਂ ਦੀ ਮਨਮੁਖ ਨੇ ਕੀ ਨਿੰਦਾ ਕਰਨੀ ਹੈ, ਕੀ ਬੁਰਾ ਭਲਾ ਕਹਿਣਾ। ਕਿਉਂਕਿ ਉਸਨੇ ਤਾਂ ਜੋ ਵੀ ਬੋਲਣਾ ਉਹ ਤਾਂ ਨਾਨਕ ਫਿੱਕਾ ਬੋਲਿਆ, ਤਨ ਮਨ ਫਿੱਕਾ ਹੋਏ। ਜੋ ਭਾਵੈ ਭਾਂਡੇ ਵਿੱਚ ਵਤ ਸਾ ਨਿਕਲੇ, ਕਿਆ ਕੋ ਕਰੇ ਵਿਚਾਰਾ। ਜੇ ਸੱਚਾ ਸ਼ਬਦ ਸਵਾਰੇ, ਜੋ ਸ਼ਬਦ ਦੇ ਨਾਲ ਜਿਸ ਨੇ ਆਪਣਾ ਹਿਰਦਾ ਤੇ ਜੀਵਨ ਰੋਮ ਰੋਮ ਨਸ਼ਿਆ ਲਿਆ, ਅਕਾਲ ਪੁਰਖ ਪਰਮਾਤਮਾ ਦੀ ਯਾਦ ਨੂੰ ਸਭ ਕੁਝ ਸਮਰਪਣ ਕਰ ਦਿੱਤਾ, ਇਹ ਪੂਰਾ ਸੰਸਾਰ ਉਸ ਦੀ ਨਿੰਦਾ ਕਰੇ। ਹਰ ਜਨ ਰਾਮ ਨਾਮ ਗੁਣ ਗਾਵੇ, ਜੇ ਕੋਈ ਨਿੰਦ ਕਰੇ। ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਦੇ ਪਿਆਰਿਆਂ ਦੀ ਤੇ ਆਪਣਾ ਗੁਣ ਨਾ ਗਵਾਵੇ। ਜੇ ਕੋ ਨਿੰਦ ਕਰੇ ਹਰ ਜਨ ਕੀ, ਹਰੇ ਦੀ ਪਿਆਰੇ ਦੀ। ਉਹਨਾਂ ਦੀ ਆਪ ਪਤ ਰੱਖ ਸੀ ਮੇਰਾ ਪਿਆਰਾ, ਸਰਨਾਗਤ ਪਏ ਗੁਰਦੁਆਰੇ। ਕਹਿੰਦੇ ਉਹਨਾਂ ਦੀ ਲੋਕ ਪਰਲੋਕ ਹਰ ਵਕਤ, ਜਿੱਥੇ ਹਰ ਅਰਾਧਿਆ ਤਿੱਥੇ ਹਰ ਮਿਤ ਸਹਾਈ। ਕਿਉਂਕਿ ਉਹਨਾਂ ਨੇ ਪੂਰੇ ਗੁਰੂ ਦੀ ਸ਼ਰਨ ਪ੍ਰਾਪਤ ਕਰ ਲਈ ਹੈ। ਹਰ ਵਕਤ ਸ਼ਬਦ ਅਕਾਲ ਪੁਰਖ ਪਰਮਾਤਮਾ ਦਾ ਨਾਮ ਉਹਨਾਂ ਦੇ ਹਿਰਦੇ 'ਚ ਵਸ ਗਿਆ। ਹਰ ਵਕਤ ਗੁਰ ਮੇਰੇ ਸੰਗ ਸਦਾ ਹੈ ਨਾਲੇ, ਇਵੇਂ ਉਹ ਪ੍ਰਤੀਤ ਕਰਦੇ ਆ। ਨਾਨਕ ਗੁਰਮੁਖ ਸੇ ਸੁਹੇਲੇ ਭਏ, ਮੁਖ ਉਜਲ ਦਰਬਾਰੇ। ਰੱਬੀ ਦਰਗਾਹ ਦੇ ਵਿੱਚ ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ ਪੌੜੀ। ਇਸਤਰੀ ਪੁਰਖ ਹੈ ਬਹੁ ਪ੍ਰੀਤ, ਮਿਲ ਮੋਹ ਵਧਾਇਆ। ਕਹਿੰਦੇ ਜਿੱਥੇ ਇਹ ਜੀਵ ਕਸੰਗਤ ਕਰਕੇ ਸੰਸਾਰ ਦੇ ਮੋਹ ਦੀਆਂ ਜੰਜੀਰਾਂ 'ਚ ਵੱਜਾ, ਜਦੋਂ ਗ੍ਰਸਥ ਜੀਵਨ ਸ਼ੁਰੂ ਹੋਇਆ ਤੇ ਹੋਰ ਮੋਹ ਵੱਧ ਗਿਆ। ਪੁੱਤਰ ਕਲੱਤਰ ਨਿਤ ਵੇਖੈ, ਵਿਕਸੈ ਮੋਹੇ ਮਾਇਆ। ਹੁਣ ਧੀਆਂ ਪੁੱਤਰਾਂ ਨੂੰ ਦੇਖ ਦੇਖ ਕੇ ਖੁਸ਼ ਹੁੰਦਾ। ਹੁਣ ਪਰਿਵਾਰ ਦੇ ਵਾਸਤੇ ਦਿਨ ਰਾਤ ਇੱਕ ਕਰਕੇ ਲੱਗਾ ਆ। ਪ੍ਰਭੂ ਦੀ ਬੰਦਗੀ ਭਗਤੀ ਦਾ ਖਿਆਲ ਤੱਕ ਨਹੀਂ। ਦੇਸ਼ ਪਰਦੇਸ ਧਨ ਚੁਰਾਏ, ਆਣ ਮੋਹੇ ਪਾਇਆ। ਜਿੱਦਾਂ ਮਰਜ਼ੀ ਕਰਕੇ ਇਹ ਧਨ ਨੂੰ ਕਮਾ ਕੇ ਤੇ ਪਰਿਵਾਰ ਦੇ ਮੂੰਹ 'ਚ ਤੇ ਉਹਨਾਂ ਨੂੰ ਰੋਜੀ ਤੇ ਸਮਾਨ ਕੱਪੜਾ ਇਤ ਆਤਕ ਲਿਆ ਕਰਕੇ ਦਿੰਦਾ। ਗੁਰੂ ਰਾਮਦਾਸ ਮਹਾਰਾਜ ਜੀ ਕਿਰਪਾ ਕਰਦੇ, ਅੰਤ ਹੋਵੇ ਬੈਰ ਵਿਰੋਧ, ਕੋ ਸਕੇ ਨਾ ਛਡਾਇਆ। ਇਸ ਦੀ ਕਿਸੇ ਨੇ ਸਹਾਇਤਾ ਨਹੀਂ ਕਰਨੀ। ਜਹ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨੂਹਾ ਨਾਮ ਤੇਰਾ ਸੰਗ ਸਾਈ। ਅੰਤ ਦੀ ਗੱਲ ਕੀਤੀ ਹੈ। ਕਿਉਂਕਿ ਜਿੰਨਾ ਚਿਰ ਕਮਾਈ ਆ ਰਹੀ ਆ, ਫਿਰ ਤਾਂ ਪੁੱਤਰ ਧੀਆਂ ਪਰਿਵਾਰ ਰਿਸ਼ਤੇਦਾਰ ਵੀ ਚੁਬਾਰੇ ਤੇ ਚਾੜ ਕੇ ਰੱਖਦੇ ਆ ਵੀ ਤੇਰੇ ਵਰਗਾ ਪਰਉਪਕਾਰੀ ਇਨਸਾਨ ਪਸੰਦੇ ਬੰਦਾ ਕੋਈ ਨਹੀਂ। ਜਦੋਂ ਜ਼ਰੂਰਤ ਹੁੰਦੀ ਆ ਝੱਟ ਤੂੰ ਸਾਨੂੰ ਮਾਇਆ ਦੇ ਦਿੰਦਾ। ਪਤਾ ਉਦੋਂ ਲੱਗਦਾ ਜਦੋਂ ਅੰਤ ਸਮਾਂ ਆਉਂਦਾ। ਅੰਤ ਹੋਵੇ ਬੈਰ ਵਿਰੋਧ, ਕੋ ਸਕੇ ਨਾ ਛਡਾਇਆ। ਕਿਸੇ ਨੇ ਰੱਬੀ ਦਰਗਾਹ ਜਮਾ ਤੇ ਧਰਮ ਰਾਜੇ ਦੀ ਕਚਹਿਰੀ 'ਚ ਅਗਾਹੀ ਨਹੀਂ ਭਰਨੀ। ਇੰਨਾ ਕੁ ਯਾਦ ਰੱਖੀ, ਨਾਨਕ ਬਿਨ ਨਾਵੈ ਧ੍ਰਿਗ ਮੋਹ, ਜਿਤ ਲਗ ਦੁੱਖ ਪਾਇਆ। ਪ੍ਰਭੂ ਦੀ ਯਾਦ ਸਿਮਰਨ ਹੈ ਤੇ ਸਾਰਾ ਜੀਵਨ ਸਫਲ ਹੈ। ਕਾਰੋਬਾਰ ਕਰਨਾ ਵੀ ਧਨਤਾ ਦੇ ਯੋਗ, ਪਰਿਵਾਰ ਦੇ ਜੋ ਨਿਯਮ ਹੈ, ਜੋ ਜ਼ਿੰਮੇਦਾਰੀ ਹੈ, ਜੋ ਫਰਜ਼ ਨਿਭਾਉਣੇ ਵੀ ਸਫਲ ਹੈ। ਪਰਮਾਤਮਾ ਦੀ ਯਾਦ 'ਚ ਪਰਮਾਤਮਾ ਨੂੰ ਭੁੱਲ ਕੇ ਗੁਰਮੁਖ ਪਿਆਰੋ ਸਭ ਕੁਝ ਹੀ ਵਿਅਰਥ ਹੋ ਜਾਂਦਾ। ਹੋਈਆਂ ਗਲਤੀਆਂ ਦੀ ਖਿਮਾ, ਗੁਰੂ ਕਰੇ ਕਿਰਪਾ। ਇਹ ਜੋ ਵਿਚਾਰ ਗੁਰਬਾਣੀ ਅਸੀਂ ਸੁਣੀ ਹੈ, ਇਹ ਹਿਰਦੇ 'ਚ ਵਸ ਜਾਵੇ, ਫਿਰ ਜੀਵਨ ਦੇ ਵਿੱਚ ਇਹਦੀ ਹਰਿਆਲੀ ਦੇਖਣ ਨੂੰ ਮਿਲ ਸਕਦੀ ਹੈ। ਅੰਤ ਹੋਵੇ ਬੈਰ ਵਿਰੋਧ, ਕੋ ਸਕੇ ਨਾ ਛਡਾਇਆ। ਨਾਨਕ ਬਿਨ ਨਾਵੈ ਧ੍ਰਿਗ ਮੋਹ, ਜਿਤ ਲਗ ਦੁੱਖ ਪਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।